ਤੇ ਦੱਸ ਇਹਨਾਂ ਨੂੰ ਚੰਗੇ ਕਿਵੇਂ ਗਈ ਹੈ। ਤੇ ਆ ਜਿਹੜੀ ਨਵੀਂ ਆ ਰਹੀ ਹੈ ਇਹ ਕਹਿ ਰਹੀ ਹੈ 1000 ਰੁਪਇਆ ਦੇਵਾਂਗੇ, ਆਮ ਆਦਮੀ ਪਾਰਟੀ ਹਾਂ 1000 ਰੁਪਇਆ ਦੇਵਾਂਗੇ, 300 ਯੂਨਿਟ ਦੇਵਾਂਗੇ, ਦੂਜੇ 400 ਵੀ ਕਹਿ ਗਏ, ਇੱਕ ਬੱਸਾਂ ਨੂੰ ਫ੍ਰੀ ਵਾਲਾ ਵੀ ਆ ਗਿਆ। ਉਹ ਯਾਰ ਜਿੱਥੇ ਇੰਨਾ ਬੁਰਾ ਹਾਲ ਹੋਵੇ ਤੁਸੀਂ ਦੱਸੋਗੇ ਪੈਸਾ ਕਿੱਥੋਂ ਆਊਗਾ? ਉਹ ਕਹਿੰਦਾ ਅਸੀਂ ਦੇਵਾਂਗੇ। ਮੈਂ ਇਹ ਤਾਂ ਪੁੱਛ ਰਿਹਾ ਤਾਂ ਅੱਛੀ ਗੱਲ ਦਿਓਗੇ, ਮੈਂ ਤੇ ਤੁਸੀਂ ਵੀ ਖੁਸ਼ ਹੋ ਜਾਗੇ। ਦੱਸ ਦਿਓ ਕਿਵੇਂ ਦਿਓਗੇ। ਇੱਕ ਨੇ ਤਾਂ ਮੁੱਕਾ ਸਾਹਿਬ ਹੱਥ 'ਚ ਫੜ ਕੇ ਵੀ ਸੌਂ ਖਾ ਲਈ ਸੀ, ਹੋ ਗਿਆ। ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਤੋਂ ਲੈ ਕੇ ਐਮਐਲਏ ਤੱਕ ਜਾਂ ਟੈਕਾਂ ਦੇ ਦਾਅਵੇਦਾਰ ਬੀਜੇਪੀ ਦੀ ਝੋਲੀ ਚੜ੍ਹ ਗਏ। ਮੈਂ ਕਹਿੰਦਾ ਕੋਈ ਮਾੜੀ ਗੱਲ ਨਹੀਂ, ਜਾਣਾ ਚਾਹੁੰਦੇ ਆ ਨਾ ਜਾਓ, ਪਰ ਤੁਸੀਂ ਪੰਜਾਬ ਦੀ ਕਿਸ ਮੰਗ ਨੂੰ ਲੈ ਕੇ ਜਾ ਰਹੇ ਹੋ ਇਹ ਵੀ ਦੱਸ ਦਿਓ ਕਿ ਇੱਥੋਂ ਉੱਥੇ ਗਏ ਉਹਦਾ ਰੀਜ਼ਨ ਕੀ ਹੈ। ਮੈਂ ਕਿਸਾਨਾਂ ਨੂੰ ਵੀ ਪੁੱਛਿਆ ਸੀ ਕਿ ਪਾਰਟੀ ਬਣਾਈ ਹੈ, ਕਿਉਂ ਬਣਾਈ ਹੈ, ਟੈਲ ਮੀ ਦੈਟ। ਕੀ ਬੋਲੇ ਸਰ? ਕੋਈ ਤੁਸੀਂ ਕਿਸਾਨਾਂ ਦੀ ਪਾਰਟੀ ਦਾ ਵਿਰੋਧ ਕਰਦੇ ਹੋ। ਆਹ ਮਹੱਲੇ 'ਚ ਬੈਠਾ ਕਰੇ, ਮਹੱਲੇ ਦਾ ਮੇਅਰ ਇੱਕ ਦਿਨ ਪਹਿਲਾਂ ਜੁਆਇਨ ਹੋਇਆ ਤੇ ਅਗਲੇ ਦਿਨ ਆਮ ਆਦਮੀ ਪਾਰਟੀ ਨੂੰ ਟਿਕਟ ਦੇ। ਹੁਣ ਦੱਸੋ ਇਹ ਕੀ ਹੈ? ਆਮ ਆਦਮੀ ਪਾਰਟੀ 'ਚ ਉਹਨਾਂ ਨੇ ਧੱਕੇ ਖਾਧੇ ਸੀ, ਸਾਡੇ ਨਾਲ ਕੀ ਹੋਇਆ? ਐਂ ਦੂਜੀਆਂ ਪਾਰਟੀਆਂ 'ਚ ਹੁੰਦਾ ਲੋਕਾਂ ਨਾਲ ਕਿਵੇਂ ਜੁੜੂਗੇ? ਕਹਿ ਦਿੰਦਾ ਮੈਂ ਲੋਕਾਂ ਨਾਲ ਥੋੜੀ ਹੋ ਜਾਂਦਾ। ਬੱਬੂ ਮਾਨ ਬਿਜਲੀ ਰਾਘਵ ਚੱਡੇ ਨਾਲ ਫੋਟੋ ਬੜੀ ਵਾਇਰਲ ਹੋ ਰਹੀ। ਪਰਸੋਂ ਮੇਰੀ ਵੀ ਬੜੀ ਖਬਰ ਚੱਲੀ, ਮੈਨੂੰ ਬੱਬੂ ਨਹੀਂ ਭੇਜੀ ਕਿ ਰਾਜੇਵਾਲ ਨਾਲ ਇੱਕ ਗੁਪਤ ਮੀਟਿੰਗ ਹੋਈ। ਗੁਪਤ ਮੀਟਿੰਗ ਦਾ ਨਹੀਂ ਯਾਰ, ਪਹਿਲਾਂ ਤਾਂ ਨਹੀਂ ਪਤਾ ਉਹਦੀ ਜ਼ਿੰਦਗੀ ਕਿਵੇਂ ਜੋਗੀ ਆ, ਕੋਈ ਮੈਂ ਨਾਲ ਬਾਹਲਾ ਪੁਰਾਣਾ ਵਾਸਤਾ ਨਹੀਂ ਹੈ। ਉਹਨੂੰ ਵੀ ਇੱਕ ਸੋਚ ਦੀ ਜ਼ਰੂਰ ਹੈ ਕਿ ਕੁਛ ਚੰਗਾ ਹੋ ਜਾਵੇ। ਸਮਰਥਨ ਕਰੋ। ਪਰ ਲੋਕ ਜਿਹੜੇ ਹੈਗੇ ਆਪਾਂ ਗੱਲ ਕਰੀਏ ਤਾਂ ਉਹ ਕਹਿੰਦੇ ਵੀ ਤੀਜੀ ਧਿਰ ਲਿਆਉਣੀ ਹੈ ਜੇ ਪਿੰਡਾਂ 'ਚ ਗੱਲ ਕਰ। ਸਹੀ ਹੈ, ਪਰ ਗੱਲ ਇਹ ਹੈ ਕਿ ਕੀ ਤੇਰੇ ਮੇਰੇ ਵਰਗੇ ਬੰਦੇ ਨੂੰ ਅਸੀਂ ਥੋੜਾ ਜਿਹਾ ਅੱਗੇ ਦੀ ਸੋਚ ਲੈਂਦੇ ਆ ਕਿ ਤੀਜੀ ਧਿਰ ਜਾਂ ਚੌਥੀ ਧਿਰ ਜਿਹੜੀ ਵੀ ਆ ਰਹੀ ਹੈ ਕਿ ਉਹ ਉਸੇ ਤਰ੍ਹਾਂ ਦੀ ਹੈ ਜਾਂ ਵਾਕਈ ਕੁਝ ਚੰਗਾ ਕਰ ਪਾਉਗੀ? ਕਿ ਇਹਦੇ ਬਾਰੇ ਆਪਾਂ ਨੂੰ ਸੋਚਣਾ ਨਹੀਂ ਪੈਂਦਾ ਲੋਕਾਂ ਦਾ? ਸਭ ਤੋਂ ਪਹਿਲਾਂ ਨੀਚੇ ਤੇ ਆਓ, ਮੈਂ ਨਹੀਂ ਬਣਨਾ, ਫਿਰ ਲੋਕ ਤੁਹਾਡੀ ਗੱਲ ਸੁਣਨਗੇ, ਫਿਰ ਲੋਕਾਂ ਨੂੰ ਸੁਣਾਓ ਕਿ ਤੁਹਾਡੀ ਸਥਿਤੀ ਕਿਵੇਂ ਬੈਟਰ ਹੋ ਸਕਦੀ। ਗੁਰਪ੍ਰੀਤ ਤੂੰ ਗਿਆ ਬਾਦਸ਼ਾਹ ਦੇ ਉੱਤੇ ਬਾਹਰ ਗਿਆ, ਮੈਂ ਗਿਆ, ਮੈਂ ਦੇਖਿਆ ਉੱਥੇ ਕੀ ਹੈ। 6-6 ਮਹੀਨੇ ਜ਼ਿੰਦਗੀ ਜਿਉਣਾ ਮੁਸ਼ਕਿਲ ਹੈ, ਫਿਰ ਵੀ ਅਸੀਂ ਕੈਨੇਡਾ ਜਾ ਰਹੇ 30-30 ਲੱਖ ਰੁਪਇਆ ਲਾ ਕੇ। ਕਿਉਂ? ਕੀ ਆਉਣਾ ਹੈ ਨੌਜਵਾਨ ਰਾਜਨੀਤਿਕ ਕੁੱਦੂ ਚਮਕਦਮ ਕਰੀ ਲਾਈਫ ਵਾਲੇ ਬੰਦੇ ਹੋ। 5 ਸਾਲ ਲੋਕਾਂ ਦੇ ਵਿੱਚ ਕੱਢ ਲਓਗੇ ਤਾਂ ਬਹੁਤ ਹੈ। ਮੈਨੂੰ ਲੱਗਿਆ ਕਿ ਅਸੀਂ ਸਾਰੇ ਉਹ ਦੁੱਖ ਨੂੰ, ਉਹ ਸਪੀਡ ਨੂੰ ਮਹਿਸੂਸ ਕਰ ਰਹੇ ਸੀ ਤਾਂ ਗੁਰਪ੍ਰੀਤ ਮਰਾਵਾ ਨੇ ਬਣਾਈ ਸੀ। ਉਦੋਂ ਵੀ ਸਾਨੂੰ ਇੱਕ ਕੰਪਨੀ ਸੀ ਜਿਹੜੀ ਆਂਦੀ ਸੀ ਕਿ ਜਿੰਨੇ ਮਰਜ਼ੀ ਪੈਸੇ ਲੈ ਲਓ ਅਸੀਂ ਤੁਹਾਡੇ ਨਾਲ ਫਿਲਮ ਬਣਾਉਣੀ ਹੈ, ਸਬਜੈਕਟ ਨਾ ਚੁਣੋ। ਸਾਡਾ ਦਿਮਾਗ ਇੰਨਾ ਉਪਜਾਊ, ਅਸੀਂ ਫਰਾਂਸ 'ਚ ਜਾ ਕੇ ਕੋਠੀਆਂ ਪਾ ਲਈਆਂ, ਇੰਗਲੈਂਡ 'ਚ, ਅਮਰੀਕਾ 'ਚ, ਤਾਂ ਇੱਥੇ ਕਿਉਂ ਨਹੀਂ ਕਰ ਸਕਦੇ? ਅਸੀਂ ਕਿੱਧਰ ਕਿੱਧਰ ਦੀ ਹੋ ਕੇ ਦੁਬਈ ਹੋ ਕੇ ਪਾਕਿਸਤਾਨ ਭੇਜਦੇ ਹਾਂ ਦੀ ਚੀਜ਼ਾਂ ਨਾਲ ਬੈਠੇ ਕਿ ਕਿਉਂ ਭੇਜ ਸਕਦੇ? ਜਿਨ੍ਹਾਂ ਨੂੰ ਆਰਾਮ ਨਾਲ ਕੀਤਾ ਜਾ ਸਕਦਾ ਹੈ, ਪਰ ਕਰੇ ਕੌਣ? ਗਵਰਨਮੈਂਟ ਵਾਲਿਆਂ ਦਾ ਧਿਆਨ ਤਾਂ ਪੈਸੇ ਖਾਣ 'ਚ ਆਣੇ ਆ। ਚਿੱਟੇ ਦਾ ਮਸਲਾ ਤੁਹਾਡੇ ਪਿੰਡ ਵੀ ਸਾਡੇ ਪਿੰਡ ਵੀ ਵਿਕਦਾ ਸ਼ਰਿਆਮ। ਕੀ ਪਤਾ ਨਹੀਂ ਤੁਹਾਡੇ ਐਸਐਚਓ ਨੂੰ ਕਿ ਕੌਣ ਵੇਚਦਾ? ਸਾਰੇ ਪਿੰਡ ਨੂੰ ਪਤਾ, ਉਹਨੂੰ ਕਿਉਂ ਨਹੀਂ ਪਤਾ? ਸਭ ਤੋਂ ਲੇਟ ਇੰਟਰਨੈਸ਼ਨਲ ਫਲਾਈਟਾਂ ਸਾਡੇ ਸ਼ੁਰੂ ਹੋਈਆਂ, ਅਜੇ ਵੀ ਨਹੀਂ ਹੋਈਆਂ। ਹੁਣ ਵੀ ਦਿੱਲੀ ਜਾਂਦੇ ਧੱਕੇ ਖਾ ਕੇ, ਚੰਡੀਗੜ੍ਹ ਤੋਂ ਨਹੀਂ ਕੈਟੇਗਰੀ ਦੀ ਫੈਸਿਲਿਟੀ ਆਉਂਦੀ। ਛੋਟੀਆਂ ਗੱਲਾਂ, ਕਦੇ ਇਹਨਾਂ ਰਾਜਨੀਤਿਕੀਆਂ ਨੇ ਸਾਡੀ ਇਹਦੀ ਪੈਰਵਾਈ ਕੀਤੀ ਹੁਣ ਤੱਕ? ਜੇ ਨਹੀਂ ਕੀਤੀ ਇਹਨਾਂ ਨੂੰ ਚੱਲਦੇ ਕਰੋ ਇੱਥੋਂ। ਜਿਉਂ-ਜਿਉਂ ਪੰਜਾਬ ਦਾ ਇਲੈਕਸ਼ਨ ਨੇੜੇ ਆ ਰਿਹਾ ਤਿਉਂ-ਤਿਉਂ ਜਿਹੜਾ ਹੈਗਾ ਸਿਆਸੀ ਗਤੀਵਿਧੀਆਂ ਲਗਾਤਾਰ ਪੰਜਾਬ ਦੇ ਵਿੱਚ ਵੱਧ ਰਹੀਆਂ। ਭਾਈ ਅਮਤੋਜ ਮਾਨ, ਭਾਈ ਬੱਬੂ ਮਾਨ, ਇਹਨਾਂ ਦਾ ਜੂਝਦਾ ਪੰਜਾਬ ਜਥੇਬੰਦੀ ਇੱਕ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜਾ ਪਿੰਡਾਂ 'ਚ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰ ਰਿਹਾ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਕੀ ਆ ਹਿਡਨ ਏਜੰਡਾ। 2-4 ਗੱਲਾਂ ਜਿਹੜੀਆਂ ਪੱਕ ਕੇ ਪਿੰਡਾਂ ਦੇ ਵਿੱਚ ਉੜਦੀਆਂ ਉਹਨਾਂ ਬਾਰੇ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ, ਕੀ ਚੱਲ ਰਿਹਾ ਜੂਝਦਾ ਪੰਜਾਬ ਜਥੇਬੰਦੀ? ਕੀ ਕਿਸਾਨਾਂ ਨੂੰ ਸਮਰਥਨ ਕਰ ਰਹੀ ਹੈ ਜਾਂ ਆਮ ਆਦਮੀ? ਇੱਕ ਤਾਂ ਹਿਡਨ ਕੁਛ ਨਹੀਂ ਗਾ, ਸਾਹਮਣੇ ਹੀ ਹੈ ਸਾਰਾ ਕੁਛ ਵੀ ਹਿਡਨ ਨਹੀਂ ਗੁਰਪ੍ਰੀਤ। ਪਰ ਮੈਂ ਨਾ ਕਦੇ ਗੱਲ ਕਰਦਾ ਨਾ, ਜਿਵੇਂ ਤੂੰ ਤਾਂ ਪਿੰਡਾਂ ਵਾਲਾ ਤੇ ਬੜੀ ਸਿੱਧੀ ਗੱਲ ਕਰਦਾ। ਮੈਨੂੰ ਕਈ ਬੰਦਿਆਂ ਨੇ ਕਿਹਾ ਪਿੰਡਾਂ 'ਚੋਂ ਨਾ ਕਿ ਬਾਈ ਕਈ ਵਾਰੀ ਐਤਬਾਰ ਨਹੀਂ ਕਰਦੇ ਬੰਦੇ, ਉਹ ਆਉਂਦੇ ਨੇ ਨਹੀਂ ਇਹ ਕੁਛ ਕਰਨਗੇ। ਮੈਂ ਕਿਹਾ ਐਤਬਾਰ ਇਸ ਲਈ ਨਹੀਂ ਕਰਦੇ ਕਿ ਲੁੱਟਿਆ ਔਰ ਝੂਠ ਬੜੇ ਵਾਰੀ ਮਾਰਿਆ ਗਿਆ, ਇੰਨੇ ਵਾਰੀ ਝੂਠ ਮਾਰ ਕੇ ਲੁੱਟਿਆ ਗਿਆ ਲੋਕਾਂ ਨੂੰ, ਉਹਨਾਂ ਨੂੰ ਲੱਗਦਾ ਯਾਰ ਇਹ ਵੀ ਕਿਤੇ ਉਹ ਹੀ ਨਾ ਹੋ। ਸੋ ਆਪਣਾ ਕੰਮ ਇਹ ਹੈ ਲੈ ਦੇਖੇ ਕਿ ਜੋ ਕੁਐਸਚਨ ਪੁੱਛਣੇ ਉਹਨਾਂ ਨੇ ਸ਼ੁਰੂ ਕੀਤੇ, ਸਵਾਲ ਪੁੱਛਣੇ ਲੋਕਾਂ ਨੇ, ਉਹਨਾਂ ਨੂੰ ਤਿੱਖੇ ਹੋਰ ਕਰ ਦਈਏ, ਉਹਨਾਂ ਨੂੰ ਲੌਜਿਕ ਦੇ ਦਈਏ ਉਹਦੇ ਵਿੱਚ ਕਿ ਜਦੋਂ ਤੁਸੀਂ ਇਹਨਾਂ ਤੋਂ ਸਵਾਲ ਪੁੱਛੋ ਤਾਂ ਆਹ ਪੁੱਛੋ ਕਿ ਆਹ ਹੋ ਸਕਦਾ ਸੀ,
ਤੁਸੀਂ ਨਹੀਂ ਕੀਤਾ। ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਜਿਹੜੀ ਪਾਰਟੀ ਸਾਡਾ ਏਜੰਡਾ ਮੰਨੂਗੀ ਉਹਦਾ ਅਸੀਂ ਸਮਰਥਨ ਕਰਾਂਗੇ। ਕੋਈ ਪਾਰਟੀ ਨੇ ਤੁਹਾਡੇ ਤੱਕ ਅਪਰੋਚ ਕੀਤੀ ਹੈ ਹੁਣ ਤੱਕ? ਜੇ ਕੀਤੀ ਹੈ ਤਾਂ ਕਿਉਂਕਿ ਉਦੋਂ ਸਪਸ਼ਟ ਸੀਗਾ ਕਿ ਅਸੀਂ ਉਹਦਾ ਹੀ ਜਿਹੜਾ ਮੁੱਖ ਮੰਤਰੀ ਦਾ ਉਮੀਦਵਾਰ ਆ ਉਹਦੇ ਨਾਲ ਬਹਿਸ ਕਰਾਂਗੇ। ਸਹੀ ਗੱਲ ਹੈ। ਸਾਨੂੰ 4 ਤੋਂ 5 ਪਾਰਟੀਆਂ ਨੇ ਅਪਰੋਚ ਵੀ ਕਰ ਲਈ ਹੈ। 1-2 ਨੇ ਤਾਂ ਸਾਰਾ ਹੀ ਮੰਨਣ ਲਈ ਕਹਿਤਾ ਹੈ, 1-2 ਨੇ ਥੋੜੇ ਜਿਹੇ ਇੰਡੀਕੇਸ਼ਨ ਦਿੱਤੇ ਆ, 11 ਕਿਸੇ ਨੇ 6 ਕਿਹਾ। ਇਹਦੇ ਸਿਲਸਿਲੇ 'ਚ ਗੁਰਪ੍ਰੀਤ ਅਸੀਂ ਪ੍ਰੋਪਰ ਇੱਕ ਪ੍ਰੈਸ ਕਾਨਫਰੰਸ ਕਰਾਂਗੇ, ਮਤਲਬ 2 ਦਿਨਾਂ 'ਚ, ਮਤਲਬ ਤੇ ਉਹਦੇ 'ਚ ਅਸੀਂ ਦੱਸਾਂਗੇ ਇਹ ਗੱਲ ਸਾਰੀ ਕਿ ਕਿਹਨੇ ਕੀ ਮੰਨਣ ਲਈ ਕੀ ਗੱਲਾਂ ਕਹੀਆਂ ਨੇ ਤੇ ਅਸੀਂ ਉਹਨਾਂ ਨੂੰ ਕੀ ਕਿਹਾ ਹੈ। ਇਹ 2 ਦਿਨਾਂ 'ਚ ਫਿਰ ਸਾਰੀ ਡਿਸਕਲੋਜ਼। ਬੱਬੂ ਮਾਨ ਦੀ ਜਿਹੜੀ ਰਾਘਵ ਚੱਡੇ ਨਾਲ ਫੋਟੋ ਬੜੀ ਵਾਇਰਲ ਹੋ ਰਹੀ ਹੈ। ਸ਼ੁਕਰ ਹੈ ਮੈਨੂੰ ਇੱਕ ਹੋਰ ਪਾਰਟੀ ਵਾਲੇ ਦਾ ਆਇਆ ਪਰਸੋਂ, ਮੇਰੀ ਵੀ ਬੜੀ ਖਬਰ ਚੱਲੀ, ਮੈਨੂੰ ਬੱਬੂ ਨੇ ਭੇਜੀ ਕਿ ਰਾਜੇਵਾਲ ਨਾਲ ਇੱਕ ਗੁਪਤ ਮੀਟਿੰਗ ਹੋਈ। ਗੁਪਤ ਮੀਟਿੰਗ ਕਾਹਦੀ ਯਾਰ? ਅਸੀਂ ਤਾਂ ਸਾਰਿਆਂ ਨੂੰ ਕਿਹਾ ਕਿ ਸਾਡਾ ਏਜੰਡਾ ਮੰਨੋ, ਔਰ ਤੁਸੀਂ ਮੈਥੋਂ ਕੀ ਪੁੱਛਿਆ ਕਿੰਨੀਆਂ ਪਾਰਟੀਆਂ ਨੇ ਕਿਹਾ? ਤਾਂ ਸਾਡਾ ਏਜੰਡਾ ਮੰਨਣਾ ਹੈ ਜਾਂ ਨਹੀਂ ਮੰਨਣਾ ਉਹਦੇ ਲਈ ਅਪਰੋਚ ਕਰ ਰਹੇ ਨੇ, ਕੁਝ ਮਿਲਣ ਵੀ ਆ ਰਹੇ ਨੇ, ਤਾਂ ਸ਼ਰੇਆਮ ਆ ਰਹੇ ਨੇ ਮਿਲ ਕੇ ਫੋਟੋ ਵਾਇਰਲ ਖੁਦ ਬੱਬੂ ਮਾਨ ਨੇ ਕੀਤੀ ਜਾਂ ਤੁਸੀਂ ਵੇਖੋ ਬੱਬੂ ਨੇ ਤਾਂ ਪਾਈ ਨਹੀਂ ਫੋਟੋ, ਉਹ ਤਾਂ ਆਪ ਫੋਟੋ ਖਿਚਵਾਈ ਗਈ ਹੈ ਕਿ ਜੀ ਫੋਟੋ ਖਿਚਾਉਣੀ ਤੁਹਾਡੇ ਨਾਲ, ਬਾਅਦ ਚ ਪਾਤੀ ਆਪ ਹੀ। ਮਤਲਬ ਕਿ ਮੈਸੇਜ ਯੂਜ਼ ਕਰਨ ਦਾ ਇੱਕ ਤਰੀਕਾ ਹੋ ਸਕਦਾ। ਕੁਛ ਵੀ ਦੇਖ ਲਓ ਉਹਦਾ ਕੀ ਰੀਜ਼ਨ ਹੋ ਸਕਦਾ, ਫੋਟੋ ਉਹਨਾਂ ਨੇ ਆਪ ਹੀ ਪਾਈ ਹੈ। ਪੰਜਾਬ ਦਾ ਇਲੈਕਸ਼ਨ ਜਿਹੜਾ ਹੁਣ ਅਲੱਗ-ਅਲੱਗ ਹੋ ਗਿਆ ਹੈ ਨਾ, ਚੱਲ ਪਿਆ ਬਾਈ। ਲੱਖਾ ਸਧਾਣਾ ਵੀ ਇਲੈਕਸ਼ਨ ਲੜ ਰਿਹਾ, ਕਿਸ ਤਰ੍ਹਾਂ ਦੇਖਦੇ? ਅੱਛਾ ਹੈ, ਲੱਖੀ ਨੂੰ ਮੈਂ ਜਾਣਦਾ ਪਰਸਨਲੀ, ਵਧੀਆ ਮੁੰਡਾ, ਮੇਰਾ ਤਾਂ ਦੋਸਤ ਵੀ ਹੈ, ਤੇ ਮੈਂ ਤਾਂ ਉਹਨੂੰ ਆਪਦੇ ਵੱਲੋਂ ਜੋ ਦੱਸ ਸਕਦਾ ਉਹਨਾਂ ਦੱਸਦਾ ਵੀ ਹਾਂ। ਮੈਨੂੰ ਪਹਿਲਾਂ ਦਾ ਤਾਂ ਨਹੀਂ ਪਤਾ ਉਹਦੀ ਜ਼ਿੰਦਗੀ ਕਿਵੇਂ ਜੋ ਵੀ ਹੈ, ਕਿਉਂਕਿ ਮੈਂ ਇਹਦੇ ਨਾਲ ਬਾਹਲਾ ਪੁਰਾਣਾ ਵਾਸਤਾ ਨਹੀਂ ਹੈ, ਬਟ ਹੁਣ ਉਹਦੀ ਇੱਕ ਸੋਚ 'ਚ ਜ਼ਰੂਰ ਹੈ ਕਿ ਕੁਝ ਚੰਗਾ ਹੋ ਜਾਏ ਪੰਜਾਬ ਦਾ। ਸਮਰਥਨ ਕਰੋ। ਅਸੀਂ ਇੱਕ ਪੰਜਾਬ ਮਾਡਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪੰਜਾਬ ਮਾਡਲ ਮੀਨ ਕਿ ਜਿਹੜਾ ਪੰਜਾਬ ਦੇ ਹਿੱਤਾਂ ਦੀ ਤੇ ਮਸਲਿਆਂ ਦੀ ਗੱਲ ਹੈ, ਕਿਉਂਕਿ ਗੁਰਪ੍ਰੀਤ ਅਸੀਂ ਕਿਹਾ ਸੀ ਕਿ ਜਿਹੜਾ ਸਾਡਾ ਏਜੰਡਾ ਮੰਨੂਗਾ ਉਹਦਾ ਅਸੀਂ ਵਿਰੋਧ ਨਹੀਂ ਕਰਾਂਗੇ, ਔਰ ਜੇ ਪੰਜਾਬ ਮਾਡਲ ਉਹਦੇ 'ਚ ਝਲਕਦਾ ਹੋਊਗਾ ਤਾਂ ਅਸੀਂ ਉਹਦਾ ਸਮਰਥਨ ਵੀ ਕਰਾਂਗੇ। ਪਰਸਨਲ ਲੈਵਲ ਤੇ ਇੱਕ ਬੰਦੇ ਦੇ ਹੱਥ 'ਚ ਬਾਹਲਾ ਕੁਛ ਨਹੀਂ ਹੁੰਦਾ ਗਾ। ਇੱਕ ਬੰਦਾ ਵਿਧਾਨ ਸਭਾ 'ਚ ਜਾ ਕੇ ਕੋਈ ਤੁਹਾਡੀਆਂ ਪਾਲਿਸੀਆਂ ਦੇ ਵਿੱਚ ਜਾਂ ਕਿਸੇ ਵੀ ਚੀਜ਼ 'ਚ ਮਦਦ ਵਾਲੀ ਨਹੀਂ ਕਰ ਸਕਦਾ, ਰੌਲਾ ਜ਼ਰੂਰ ਪਾ ਸਕਦਾ ਹੈ। ਤਾਂ ਮੈਂ ਚਾਹੂੰਗਾ ਜੇ ਉਹ ਪੰਜਾਬ ਮਾਡਲ ਬਣ ਜਾਏ ਤਾਂ ਉਹਦੇ 'ਚ ਸਾਰੇ ਆ ਜਾਣ, ਪੰਜਾਬ ਦੇ ਹਿਤੈਸ਼ੀ, ਜਿਹ 'ਚ ਲੱਖਾ ਵੀ ਹੋਵੇ। ਤੁਸੀਂ ਖੁਦ ਰਾਜਨੀਤੀ 'ਚ ਨਹੀਂ ਜਾ ਰਹੇ, ਕੀ ਲੱਗਦਾ ਕਿਹੜੀ ਪਾਰਟੀ ਸਰਕਾਰ ਬਣਦੀ? ਕਿਸੇ ਦੀ ਬਣੇ, ਰੱਬ ਕਰੇ ਪੰਜਾਬ ਦੇ ਹਿਤੈਸ਼ੀ ਪਾਰਟੀ ਦੀ ਸਰਕਾਰ ਬਣੇ, ਔਰ ਪੰਜਾਬ ਦੀ ਹਿਤੈਸ਼ੀ ਉਹ ਹੈ ਕਿ ਨਹੀਂ ਹੈ ਇਹ ਡਿਸਾਈਡ ਹੋਊਗਾ ਉਹਦੇ ਵਾਅਦਿਆਂ ਤੋਂ, ਉਹਦੇ ਗੱਪਾਂ ਤੋਂ ਨਹੀਂ, ਉਹਦੇ ਜਿਹੜੇ ਉਹ ਏਜੰਡੇ ਲੈ ਕੇ ਆ ਰਿਹਾ ਉਸ ਤੋਂ। ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ? ਜੋ ਚੱਲ ਰਹੀਆਂ ਇਹਨਾਂ 'ਚ ਕੋਈ ਵੀ ਨਹੀਂ, ਕਿਉਂਕਿ ਸਾਰੀਆਂ ਨੇ ਇਹਨੂੰ ਬਰਬਾਦ ਕਰਨ 'ਚ, ਮੈਨੂੰ ਦੱਸੋ 85 'ਚ ਅਸੀਂ ਸਰਪਲਸ ਸੀ। ਸਰਪਲਸ ਮੀਨ ਕਿ ਸਾਡੇ ਸਿਰ ਚਵਾਨੀ ਵੀ ਕਰਜ਼ਾ ਨਹੀਂ ਸੀ ਔਰ ਸਾਡਾ ਡੈਫੀਸਿਟ ਨਹੀਂ ਸੀ। ਜਿੰਨਾ ਸਾਡਾ ਐਕਸਪੈਂਡੀਚਰ ਸੀ, ਮਤਲਬ ਖਰਚਾ ਸੀ ਸਾਲ ਦਾ, ਉਦੋਂ ਤੋਂ ਜ਼ਿਆਦਾ ਸਾਡੀ ਕਮਾਈ ਸੀ। ਅੱਜ ਅਸੀਂ 75,000 ਕਰੋੜ ਦੇ ਡੈਫੀਸਿਟ 'ਚ ਹੈ। 1,65,000 ਕਰੋੜ ਸਾਡਾ ਖਰਚਾ ਹੈ, ਕਮਾਈ ਸਾਡੀ 95,000 ਕਰੋੜ ਹੈ। 4.5 ਲੱਖ ਕਰੋੜ ਦਾ ਕਰਜ਼ਾ ਹੈ ਸਾਡੇ ਤੇ। ਇਹ ਇਹਨਾਂ ਪਾਰਟੀਆਂ ਦੀ ਦੇਣ ਹੈ। ਤੇ ਦੱਸ ਇਹਨਾਂ ਨੂੰ ਚੰਗੇ ਕਿਵੇਂ ਗਈ ਹੈ? ਤੇ ਆ ਜਿਹੜੀ ਨਵੀਂ ਆ ਰਹੀ ਹੈ ਇਹ ਕਹਿ ਰਹੀ ਹੈ 1000 ਰੁਪਇਆ ਦੇਵਾਂਗੇ, ਆਮ ਆਦਮੀ ਪਾਰਟੀ ਹਾਂ 1000 ਰੁਪਇਆ ਦੇਵਾਂਗੇ, 300 ਯੂਨਿਟ ਦੇਵਾਂਗੇ, ਦੂਜੇ 400 ਵੀ ਕਹਿ ਗਏ, ਇੱਕ ਬੱਸਾਂ ਨੂੰ ਫ੍ਰੀ ਵਾਲਾ ਵੀ ਆ ਗਿਆ। ਉਹ ਯਾਰ ਜਿੱਥੇ ਇੰਨਾ ਬੁਰਾ ਹਾਲ ਹੋਵੇ ਤੁਸੀਂ ਦੱਸੋਗੇ ਪੈਸਾ ਕਿੱਥੋਂ ਆਊਗਾ? ਉਹ ਕਹਿੰਦੇ ਅਸੀਂ ਦੇਵਾਂਗੇ। ਮੈਂ ਇਹੀ ਤਾਂ ਪੁੱਛ ਰਿਹਾ, ਤਾਂ ਅੱਛੀ ਗੱਲ ਦਿਓਗੇ, ਮੈਂ ਤੇ ਤੁਸੀਂ ਵੀ ਖੁਸ਼ ਹੋ ਜਾਗੇ। ਦੱਸ ਦਿਓ ਕਿਵੇਂ ਦਿਓਗੇ, ਸਾਨੂੰ ਕੋਈ ਪ੍ਰੋਬਲਮ ਨਹੀਂ, ਕਿਉਂਕਿ ਪਤਾ ਕੀ ਨਾਰਿਆਂ ਤੇ ਨਹੀਂ ਰਹਿਣਾ। ਐਂ ਕਰ ਦਿਆਂਗੇ, ਇੱਕ ਨੇ ਤਾਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਵੀ ਸਹੁੰ ਖਾ ਲਈ ਸੀ, ਹੋ ਗਿਆ ਨਹੀਂ। ਉਹ ਸਹੁੰ ਵਾਲੇ ਤੇ ਜਿਹੜਾ ਹੈਗਾ ਹੋਰ ਬਹੁਤ ਬੀਜੇਪੀ ਦੇ ਵਿੱਚ ਜੈਡ ਸਿਕਿਉਰਿਟੀ ਦੇ ਨਾਲ ਬਾਈ ਗਨਮੈਨ ਤੇ ਅੱਜ ਕੱਲ੍ਹ ਜਿਹੜੇ ਭਾਜਪਾ ਸ਼ਾਮਲ ਕਰ ਰਹੇ ਆ, ਕਿਵੇਂ ਦੇਖਦੇ ਆ? ਸਾਰੇ ਬੰਦੇ ਚੜੀ ਜਾਂਦੇ ਆ, ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਤੋਂ ਲੈ ਕੇ ਐਮਐਲਏ ਤੱਕ, ਜਾਂ ਟਿਕਟਾਂ ਦੇ ਦਾਅਵੇਦਾਰ ਬੀਜੇਪੀ ਦੀ ਝੋਲੀ ਚੜ੍ਹ ਗਏ। ਕਿਵੇਂ ਦੇਖਦੇ ਹੋ ਪੰਜਾਬ ਅਤੇ ਚੰਗਾ ਮਾੜਾ? ਮੈਂ ਇਹੀ ਆਂਦਾ ਹੁੰਦਾ ਸੀ ਆਪਣੇ ਇਹਦੇ 'ਚ ਅੰਦੋਲਨ 'ਚ ਵੀ ਕਿ ਕਿਰਦਾਰ ਗਿਰ ਗਏ ਸਾਡੇ। ਕਿਰਦਾਰ ਜਿਹੜੇ ਜਿੱਥੇ ਸਾਡੀ ਕੌਮ ਦੇ ਜਿਹੜੇ ਕਿਰਦਾਰ ਸੀ ਨਾ, ਉਦੋਂ ਅਸੀਂ 5% ਨਾਲ ਕਾਬਜ਼ ਹੋ ਗਏ ਸੀ ਲਾਹੌਰ ਤੇ। ਪਤਾ ਕਿਉਂ? ਕਿਉਂਕਿ ਸਾਡੇ ਜਦੋਂ ਬਘੇਲ ਸਿੰਘ ਸੀ, ਸਾਡੇ ਜਦੋਂ ਮਹਾ ਸਿੰਘ ਸੀ, ਸਾਡੇ ਜਦੋਂ ਜੱਸਾ ਸਿੰਘ ਆਲੂਵਾਲੀਆ ਸੀ, ਰਾਮਗੜ੍ਹੀਆ ਸੀ। ਅੱਜ ਸਾਡੇ ਕਿਰਦਾਰ ਆ ਹੋ ਗਏ ਨੇ ਕਿ ਜਿਸ ਪਾਰਟੀ ਨੂੰ ਲੋਕ ਐਂ ਕਹਿ ਰਹੇ ਸੀ ਉਹ 'ਚ ਭੱਜ ਜਾ ਰਹੇ ਨੇ। ਕਿਉਂ? ਚਲੋ ਯਾਰ ਈਡੀ ਸਹੀ, ਫਲਾਣਾ ਸਹੀ, ਇਹ ਸਹੀ, ਉਹ ਸਹੀ, ਕੁਛ ਤਾਂ ਸ਼ਰਮ ਕਰੋ। ਚਲੋ ਜੇ ਤੁਸੀਂ ਜਾਣਾ, ਮੈਂ ਕਹਿੰਦਾ ਕੋਈ ਮਾੜੀ ਗੱਲ ਨਹੀਂ, ਜਾਣਾ ਚਾਹੁੰਦੇ ਆ ਨਾ ਜਾਓ,
ਪਰ ਤੁਸੀਂ ਪੰਜਾਬ ਦੀ ਕਿਸ ਮੰਗ ਨੂੰ ਲੈ ਕੇ ਜਾ ਰਹੇ ਹੋ ਇਹ ਵੀ ਦੱਸ ਦਿਓ, ਜਾਂ ਪੰਜਾਬ ਦਾ ਕਿਹੜੇ ਕੰਮ ਕਰਵਾ ਕੇ ਜਾ ਰਹੇ ਹੋ ਇਹ ਵੀ ਦੱਸ ਦਿਓ। ਕੋਈ ਰੀਜ਼ਨ ਤਾਂ ਦੱਸੋ ਕਿ ਇੱਥੋਂ ਉੱਥੇ ਗਏ, ਉਹਦਾ ਰੀਜ਼ਨ ਕੀ ਹੈ? ਮੈਂ ਕਿਸਾਨਾਂ ਨੂੰ ਵੀ ਪੁੱਛਿਆ ਸੀ ਕਿ ਪਾਰਟੀ ਬਣਾਈ ਹੈ, ਕਿਉਂ ਬਣਾਈ ਹੈ? ਟੈਲ ਮੀ ਦੈਟ। ਕੀ ਬੋਲੇ ਫਿਰ? ਕੋਈ ਨਹੀਂ। ਕਿਹੜੇ ਏਜੰਡੇ ਨਾਲ ਆਏ ਹੋ ਤੁਸੀਂ ਦੱਸਿਆ ਕਿਉਂ ਨਹੀਂ? ਆ ਸਾਨੂੰ ਆ ਕੇ ਕਹਿੰਦੇ ਤੁਹਾਡੇ ਏਜੰਡੇ ਸਾਨੂੰ ਕਬੂਲ ਨੇ। ਮੈਂ ਕਿਹਾ ਜਿਸ ਦਿਨ ਤੁਸੀਂ ਪਾਰਟੀ ਲਾਂਚ ਕੀਤੀ, ਵਾਈ ਨਾਟ ਯੂ ਸੇ ਦੈਟ ਕਿ ਆਹ ਪਾਰਟੀਆਂ ਆਹ ਕੰਮ ਨਹੀਂ ਕਰ ਰਹੀਆਂ ਸੀ, ਇਸ ਲਈ ਅਸੀਂ ਪਾਰਟੀ ਮਤਲਬ ਕਿ ਤੁਸੀਂ ਕਿਸਾਨਾਂ ਦੀ ਪਾਰਟੀ ਦਾ ਵਿਰੋਧ ਕਰਦੇ ਹੋ? ਨਹੀਂ, ਮੈਂ ਹਜੇ ਨਾ ਵਿਰੋਧ ਕਰ ਰਿਹਾ ਨਾ ਉਹਨਾਂ ਦੇ ਪੱਖ 'ਚ। ਮਤਲਬ ਏਜੰਡਾ ਨਹੀਂ ਕਲੀਅਰ ਉਹਨਾਂ ਦਾ? ਨਹੀਂ, ਉਹ ਏਜੰਡਾ ਤਾਂ ਉਹ ਸਾਨੂੰ ਕਹਿ ਰਹੇ ਨੇ, ਪਰ ਉਹ ਤਾਂ ਚਲੋ ਅਸੀਂ 2 ਦਿਨਾਂ 'ਚ ਦੱਸ ਦਿਆਂਗੇ ਤੁਹਾਨੂੰ। ਪਰ ਉਹ ਕਿਵੇਂ, ਹੁਣ ਮੰਨ ਲਾ ਕੱਲਾ ਗੁਰਪ੍ਰੀਤ ਆਪਣਾ ਏਜੰਡਾ ਮੰਨ ਲੈਣ ਨਾਲ ਤਾਂ ਚੰਗਾ ਨਹੀਂ ਨਾ ਹੋ ਜਾਊ। ਤੁਸੀਂ ਉਮੀਦਵਾਰ ਕਿਵੇਂ ਚੁਣਦੇ ਹੋ? ਕਿ ਪੈਸੇ ਲੈ ਕੇ ਦਿਓਗੇ ਟਿਕਟਾਂ, ਜਿਵੇਂ ਆ ਦੂਜੀਆਂ ਪਾਰਟੀਆਂ ਦੇ ਰਹੀਆਂ, ਹੋਰ ਵੀ ਨਵੇਂ ਵਾਲੀ ਵੀ ਦੇ ਰਹੀ ਹੈ ਆਮ ਆਦਮੀ ਪਾਰਟੀ। ਚਲੋ ਇਹ ਸਾਰੀਆਂ ਗੱਲਾਂ ਆਪਾਂ ਮਹਾਲੀ 'ਚ ਬੈਠੇ ਕਦੇ ਮਹਾਲੀ ਦਾ ਮੇਅਰ ਇੱਕ ਦਿਨ ਪਹਿਲਾਂ ਜੁਆਇਨ ਹੋਇਆ ਤੇ ਅਗਲੇ ਦਿਨ ਆਮ ਆਦਮੀ ਪਾਰਟੀ ਟਿਕਟ ਦੇ। ਹੁਣ ਦੱਸੋ ਇਹ ਕੀ ਹੈ ਚੱਕਰ? ਇਹ ਕੀ ਚੱਕਰ ਹੈ? ਇਹ ਸਾਰੀ ਦੁਨੀਆ ਕਹਿ ਰਹੀ ਆ, ਪਤਾ ਨਹੀਂ ਕਹਿ ਰਹੀ। ਇਹ ਕੀ ਚੱਕਰ ਹੈ ਇਹਦੇ ਵਿੱਚ? ਥੋੜੀ ਸੁਹਿਰਦਤਾ ਕੀ ਮੰਨੀਏ? ਹੋ ਸਕਦਾ ਉਹ ਬੰਦਾ ਬਹੁਤ ਕਾਬਿਲ ਹੋਵੇ, ਪਰ ਕੋਈ ਮਾਪਦੰਡ ਕ੍ਰਾਈਟੇਰੀਆ ਤਾਂ ਹੈ। ਆਪਾਂ ਨੂੰ ਹੁਣੇ ਤੁਹਾਡੇ ਸਾਹਮਣੇ 2 ਬੰਦੇ ਮਿਲ ਕੇ ਗਏ ਨੇ, ਆਮ ਆਦਮੀ ਪਾਰਟੀ 'ਚ ਉਹਨਾਂ ਨੇ ਧੱਕੇ ਖਾਧਿਆਂ ਦੀ, ਸਾਡੇ ਨਾਲ ਕੀ ਹੋਇਆ? ਐਂ ਦੂਜੀਆਂ ਪਾਰਟੀਆਂ 'ਚ ਹੁੰਦਾ। ਫਿਰ ਇਹਦਾ ਮਤਲਬ ਕੀ ਹੋਇਆ? ਕਿਸੇ ਵੀ ਪਾਰਟੀ ਲਈ ਵਿਸ਼ੇਸ਼ ਤੌਰ ਤੇ ਮੈਂ ਨਹੀਂ ਕਹੂੰਗਾ, ਕਿਸਾਨਾਂ 'ਚ ਵੀ ਮੈਂ ਕਿਹਾ ਆਪ ਦਾ ਏਜੰਡਾ ਕਲੀਅਰ ਕਰੋ। ਏਜੰਡਾ ਸਿਰਫ ਆਪਣਾ ਏਜੰਡਾ ਲੈਣ ਤੱਕ ਨਹੀਂ, ਇਸ ਤੋਂ ਇਲਾਵਾ ਤੁਸੀਂ ਫੰਕਸ਼ਨਿੰਗ ਕਿਵੇਂ ਕਰੋਗੇ, ਤੁਸੀਂ ਬੰਦੇ ਕਿਵੇਂ ਚੁਣੋਗੇ, ਤੁਹਾਡੇ ਤੇ ਕੋਈ ਇਹੋ ਜਿਹੀ ਮੋਰਲ ਅਥਾਰਟੀ ਬੈਠੂਗੀ ਉੱਤੇ ਜਿਹੜੀ ਕੱਲ ਨੂੰ ਕੁਝ ਵੀ ਗਲਤ ਕਰੋ ਤਾਂ ਤੁਹਾਨੂੰ ਨਾ ਕਰਨ ਦੇਵੇ। ਲੋਕਾਂ ਨਾਲ ਕਿਵੇਂ ਜੁੜੋਗੇ? ਕਹਿ ਦੇਣਾ ਮੈਂ ਲੋਕਾਂ ਨਾਲ ਥੋੜੀ ਹੋ ਜਾਂਦਾ। ਲੋਕਾਂ 'ਚੋਂ ਬੰਦੇ ਇਮਰਜ ਕਿਉਂ ਨਹੀਂ ਹੋ ਸਕਦੇ ਉਮੀਦਵਾਰ? ਨਹੀਂ, ਆਪਣੇ ਪੰਜਾਬ ਦੇ 2 ਤਰ੍ਹਾਂ ਦੀ ਪੋਲਿਟਿਕਸ ਹੈ। ਇੱਕ ਤਾਂ ਜਾਤੀਵਾਦ ਤੇ ਆਧਾਰਿਤ ਹੋ ਗਈ ਹਾਂ ਵੀ ਅਸੀਂ ਫਲਾਣੇ ਖਾਸ ਕਾਸਟ ਦੇ ਬੰਦੇ ਨੂੰ ਜਿਹੜਾ ਹੈਗਾ ਮੁੱਖ ਮੰਤਰੀ ਦਾ ਚਿਹਰਾ ਬਣਾਵਾਂਗੇ, ਇੱਕ ਤਰੀਕੇ ਦੇ ਹੋਆ। ਦੂਸਰੇ ਪਾਸੇ ਇਸ ਤਰ੍ਹਾਂ ਦੇ ਬੋਰਡ ਲੱਗੇ ਜਾਂਦੇ ਆ ਵੀ ਇੱਕ ਮੌਕਾ ਕੇਜਰੀਵਾਲ ਨੂੰ, ਜਾਂ ਜਿਹੜਾ ਹੈਗਾ ਜੋ ਕਹਾਂਗੇ ਕਰਾਂਗੇ ਸੁਖਬੀਰ ਦੇ ਬੋਰਡ ਲੱਗਦੇ ਆ। ਹਜੇ ਕੈਪਟਨ ਦੂਜਾ ਧੜੇ ਦਾ ਕਲੀਅਰ ਨਹੀਂਗਾ ਕਾਂਗਰਸ ਦਾ ਵੀ ਕਿਹਨੂੰ ਬਣਾਉਣਗੇ। ਕਿਵੇਂ ਦੇਖਦੇ ਹੋ ਜਾਤੀਵਾਦ ਤੇ ਜਿਹੜਾ ਹੈਗਾ ਇੱਕ ਫੇਸ ਦੀ ਰਾਜਨੀਤੀ ਨੂੰ, ਵੀ ਇੱਕ ਫੇਸ ਹੀ ਲੜਾ ਰਹੇ ਆ? ਤੁਹਾਨੂੰ ਦੱਸੋ, ਇੱਕ ਬੰਦੇ ਦਾ ਨਾਂ ਲੈ ਕੇ ਵੋਟਾਂ ਮੰਗਣੀਆਂ, ਇਹ ਕਿੱਥੋਂ ਦੀ ਡੈਮੋਕ੍ਰੇਸੀ ਹੈ? ਇਹ ਤਾਂ ਰਜਵਾੜਾਸ਼ਾਹੀ ਹੈ। ਇਹ ਡੈਮੋਕ੍ਰੇਸੀ ਹੈ? ਡੈਮੋਕ੍ਰੇਸੀ ਤਾਂ ਪਾਰਟੀ ਦੀ ਗੱਲ ਹੁੰਦੀ ਹੈ। ਪਾਰਟੀ ਦੀ ਗੱਲ ਕੌਣ ਕਰ ਰਿਹਾ ਇੱਥੇ? ਔਰ ਜਿਹੜੀਆਂ ਇਹ ਪਾਰਟੀਆਂ ਨਵੀਆਂ ਬਣੀਆਂ ਸੀ, ਇਹ ਕੀ ਕਹਿ ਕੇ ਬਣੀਆਂ ਸੀ ਉਦੋਂ? ਨਾਰਾ ਲਾ ਕੇ ਕਿ ਹਾਈ ਕਮਾਂਡ ਦੇ ਖਿਲਾਫ ਹੈ। ਤੇ ਇੱਥੇ ਬੰਦੇ ਲਈ ਵੋਟ ਕਿਹਦੇ ਲਈ ਮੰਗੀ ਜਾ ਰਹੀ ਹੈ? ਇੱਕ ਬੰਦੇ ਲਈ, ਪਾਰਟੀ ਲਈ ਵੀ ਨਹੀਂ ਮੰਗੀ ਜਾ ਰਹੀ। ਇਹ ਕੀ ਗੱਲ ਹੈ ਯਾਰ? ਪਰ ਲੋਕ ਜਿਹੜੇ ਹੈਗੇ ਆਪਾਂ ਗੱਲ ਕਰੀਏ ਤਾਂ ਉਹ ਕਹਿੰਦੇ ਵੀ ਤੀਜੀ ਧਿਰ ਲਿਆਉਣੀ ਹੈ ਜੇ ਪਿੰਡਾਂ 'ਚ ਗੱਲ ਕਰ। ਸਹੀ ਹੈ, ਕਿਉਂਕਿ ਬਾਕੀਆਂ ਨੇ ਲੁੱਟ ਲਿਆ, ਬਰਬਾਦ ਕਰਤਾ ਪੰਜਾਬ। ਆਪਾਂ ਜਿਹੜੇ ਡੈਫਿਸਿਟ ਦੀ ਗੱਲ ਕਰ ਰਹੇ ਹੋ ਇਹਨਾਂ ਦੀ ਦੇਣ ਹੈ। ਪਰ ਗੱਲ ਇਹ ਹੈ ਕਿ ਕੀ ਤੇਰੇ ਮੇਰੇ ਵਰਗੇ ਬੰਦੇ ਨੂੰ ਅਸੀਂ ਥੋੜਾ ਜਿਹਾ ਅੱਗੇ ਦੀ ਸੋਚ ਲੈਂਦੇ ਹਾਂ ਕਿ ਤੀਜੀ ਧਿਰ ਜਾਂ ਚੌਥੀ ਧਿਰ ਜਿਹੜੀ ਵੀ ਆ ਰਹੀ ਹੈ ਕਿ ਉਹ ਉਸੇ ਤਰ੍ਹਾਂ ਦੀ ਹੈ ਜਾਂ ਵਾਕਈ ਕੁਝ ਚੰਗਾ ਕਰ ਪਾਊਗੀ? ਕਿ ਇਹਦੇ ਬਾਰੇ ਆਪਾਂ ਨੂੰ ਸੋਚਣਾ ਨਹੀਂ ਪੈਂਦਾ ਲੋਕਾਂ ਦਾ ਜਾਂ ਆਪਣੇ ਵਰਗੇ ਲੋਕਾਂ ਦਾ? ਨਹੀਂ, ਹੁਣ ਰਵਾਇਤੀਆਂ ਦੇ ਤੁਸੀਂ ਖਿਲਾਫ ਹੋ, ਆਪ ਬੀਜਾਂ ਨਾਲ ਵੀ ਤੁਹਾਡਾ ਜਿਹੜਾ ਹੈਗਾ ਸਹੀ ਨਹੀਂ ਬਹਿੰਦੀ ਦਾਲ। ਆਪਾਂ ਕਹਿੰਦੇ ਜਿਹੜਾ ਹੈਗਾ ਕਿਸਾਨ ਯੂਨੀਅਨ ਨੂੰ ਤੁਸੀਂ ਕਹਿੰਦੇ ਵੀ ਅਸੀਂ ਠੀਕ ਨਹੀਂ, ਫਿਰ ਪਾਗੇ ਕਿਹਨੂੰ? ਬਿਲਕੁਲ ਸਹੀ ਗੱਲ ਹੈ, ਪਾਈਏ ਕਿਹਨੂੰ? ਮੈਨੂੰ ਕਿਹੜਾ, ਮੈਂ ਤੇ ਲੱਖਾ ਸੀ ਇੱਥੇ ਬੋਲ ਰਹੇ ਸੀਗੇ ਸੁਹਾਨਾ ਸਾਹਿਬ ਕੋਲੇ, ਤੇ ਮੈਥੋਂ ਆਹੀ ਗੱਲ ਪੁੱਛੀ ਕਿਸੇ ਨੇ ਮੈਨੂੰ। ਮੈਂ ਕਿਹਾ ਦੇਖੋ, ਮੈਂ ਤੁਹਾਨੂੰ ਇਹ ਕਹਿੰਦਾ ਹੀ ਨਹੀਂ ਵੀ ਆਹ ਬੰਦਾ ਮਾੜਾ ਜਾਂ ਚੰਗਾ ਜਾਂ ਪਾਰਟੀ ਇੱਥੇ ਸਭ ਤੋਂ ਪਹਿਲਾਂ ਸੀਗੀ UPA, ਉਹ ਬਦਲ ਗਈ, NDA ਆ ਗਈ BJP। ਆਹੀ ਕਿਸਾਨ ਬਿੱਲ ਪਹਿਲਾਂ ਉਹ ਲੈ ਕੇ ਆਉਣ ਵਾਲੇ ਸੀ, ਫਿਰ ਇਹ ਲੈ ਆਏ। ਇਹ ਕੀ ਫਾਇਦਾ ਹੋਇਆ ਕਿ ਅਸੀਂ ਫੇਸ ਬਦਲ ਲਏ, ਪਾਰਟੀਆਂ ਬਦਲ ਲਈਆਂ। ਮੈਂ ਨਾ ਏਜੰਡੇ ਬਦਲੋ, ਪਾਲਿਸੀਆਂ ਬਦਲੋ। ਤੁਸੀਂ ਕਿਸੇ ਵੀ ਪਾਰਟੀ ਨੂੰ ਵੋਟ ਪਾਓ, ਉਹਨੂੰ ਪੁੱਛੋ ਤੇਰੀ ਪਾਲਿਸੀ ਕੀ ਹੈ। ਜੇ ਨਹੀਂ ਜੀ ਤਾਂ ਅਸੀਂ ਤੈਨੂੰ ਦੱਸਦੇ ਹਾਂ, ਇਹਦੇ ਤੇ ਪਹਿਰਾ ਦੇਗਾ, ਮੰਨੇਗਾ, ਲਿਖ ਕੇ ਦੇਗਾ ਜਿਵੇਂ ਅਸੀਂ ਪ੍ਰੋਵੀਜ਼ਨ ਕੀਤੇ ਹੈ। ਜੇ ਉਹ ਰੈਡੀ ਹੁੰਦਾ ਹੈ, ਜਿਹੜੀ ਮਰਜ਼ੀ ਪਾਰਟੀ ਹੋਵੇ ਉਹਨੂੰ ਵੋਟ ਪਾ ਲਓ। ਤੁਸੀਂ ਏਜੰਡੇ ਦੀ ਗੱਲ ਕੀਤੀ, ਕਿੱਥੋਂ ਇਹ ਗੱਲ ਦਿਮਾਗ ਦੇ ਵਿੱਚ ਆਈ? ਕਿੰਨੇ ਸਾਲਾਂ ਤੋਂ ਗੱਲ ਸੀਗੀ ਅਮਤੋਜ ਮਾਨ ਦੇ, ਜਾਂ ਕਦੋਂ ਮਤਲਬ ਆਈਡੀਆ ਬਣ ਪਿਆ? ਜਦੋਂ ਤੁਹਾਡਾ ਦਿਮਾਗ, ਮੇਰਾ ਦਿਮਾਗ, ਸਾਰਿਆਂ ਦਾ ਜਿੱਥੋਂ ਜ਼ਿਆਦਾ ਉਛਲ ਕੇ ਸ਼ੁਰੂ ਹੋਇਆ ਕਿਸਾਨ ਅੰਦੋਲਨ ਤੋਂ ਇੱਕ ਪੋਜ਼ਿਟਿਵਿਟੀ ਜਨਰੇਟ ਹੋਈ ਹੈ। ਤੁਸੀਂ ਵੀ ਗਵਾਹ ਹੋ, ਮੈਂ ਵੀ ਗਵਾਹ ਹਾਂ। ਉੱਥੇ ਆਹ ਮੁੰਡਿਆਂ ਨੇ ਆਪਣਿਆਂ ਨੇ ਪਹਿਲਾਂ ਕਿਤੇ ਸੋਚਿਆ ਸੀ ਇਹੋ ਜਿਹੀਆਂ ਗੱਲਾਂ ਕਿ ਗੈਟ ਤੇ ਸਾਈਨ ਕਿਉਂ ਕੀਤੇ ਆ, ਸਾਡੀਆਂ ਪਾਲਿਸੀਜ਼ ਕੀ ਨੇ, ਅਸੈਂਸ਼ੀਅਲ ਕਮੋਡਿਟੀ ਅਮੈਂਡਮੈਂਟ ਕਿਉਂ ਹੋਈ ਆ, ਫਲਾਣਾ ਫਲਾਣਾ ਫਲਾਣਾ, ਇਹ ਗੱਲਾਂ ਸ਼ੁਰੂ ਹੋ ਗਈਆਂ ਨਾ। ਇਹ ਪੋਜ਼ਿਟਿਵਿਟੀ ਨੂੰ ਆਪਾਂ ਚੰਗੇ ਪਾਸੇ ਲੈ ਜਾਈਏ। ਇੱਥੋਂ ਇਹ ਆਈਡੀਆ ਡਿਵੈਲਪ ਹੋਇਆ ਕਿ ਕਿਵੇਂ ਸਭ ਤੋਂ ਪਹਿਲਾਂ ਨਿੱਜ ਤਿਆਗੋ, ਮੈਂ ਨਹੀਂ ਬਣਨਾ। ਫਿਰ ਲੋਕ ਤੁਹਾਡੀ ਗੱਲ ਸੁਣਨਗੇ, ਫਿਰ ਲੋਕਾਂ ਨੂੰ ਸੁਣਾਓ ਕਿ ਤੁਹਾਡੀ ਸਥਿਤੀ ਕਿਵੇਂ ਬੈਟਰ ਹੋ ਸਕਦੀ। ਗੁਰਪ੍ਰੀਤ ਤੂੰ ਗਿਆ ਬਾਦਸ਼ਾਹ ਦੇ ਉੱਤੇ ਬਾਹਰ ਗਿਆ, ਮੈਂ ਗਿਆ, ਮੈਂ ਦੇਖਿਆ ਉੱਤੇ ਕੀ ਹੈ। 6-6 ਮਹੀਨੇ ਜ਼ਿੰਦਗੀ ਜਿਉਣਾ ਮੁਸ਼ਕਿਲ ਹੈ, ਫਿਰ ਵੀ ਅਸੀਂ ਕੈਨੇਡਾ ਜਾ ਰਹੇ 30-30 ਲੱਖ ਰੁਪਇਆ ਲਾ ਕੇ। ਕਿਉਂ? ਕਿਉਂਕਿ ਉਹਨਾਂ ਦੇ ਚਲਾਉਣ ਵਾਲੇ ਚੰਗੇ ਨੇ।
ਸਾਡੀ ਆ ਧਰਤੀ ਦੁਨੀਆ 'ਚ ਇਹਦਾ ਰੀਸ ਹੀ ਕੋਈ ਨਹੀਂ। ਇੱਥੋਂ ਦੀ ਗਾਜਰ ਖਾ ਲਾ ਤੇ ਬਾਹਰ ਦੀ ਖਾ ਲਾ, ਤੈਨੂੰ ਪਤਾ ਲੱਗ ਜੂ ਇੱਥੇ ਧਰਤੀ 'ਚ ਰਸ ਕਿੰਨਾ ਹੈ। ਗੋਭੀ, ਈਵਨ ਚਿਕਨ, ਈਵਨ ਐਨੀਥਿੰਗ ਕਮਾਲ ਦਾ ਰਸੀਲਾ ਹੈ। ਪਤਾ ਕਿਉਂ? ਇਹ ਰੱਬ ਨੂੰ ਬਖਸ਼ਿਸ਼ ਹੈ ਇਸ ਧਰਤੀ ਨੂੰ, ਪਰ ਅਸੀਂ ਖਰਾਬ ਕਰਤਾ। ਇਹਨੂੰ ਬੈਟਰ ਕਿਵੇਂ ਕਰ ਸਕਦੇ ਹਾਂ? ਥੋੜੀਆਂ ਜਿਹੀਆਂ ਗੱਲਾਂ ਕਰਨ ਦੀ ਲੋੜ ਹੈ। ਉਹ ਗੱਲਾਂ ਲੋਕਾਂ ਨੂੰ ਦੱਸੀਆਂ ਜਾਣ, ਉਹਨਾਂ ਗੱਲਾਂ ਤੇ ਲੋਕ ਜਾਗਰੂਕ ਹੋ ਜਾਣ। ਲੀਡਰ ਡਿਮਾਂਡ ਦੇ ਸਪਲਾਈ ਦਾ ਜ਼ਮਾਨਾ ਹੈ। ਜਦੋਂ ਉਹ ਡਿਮਾਂਡ ਸਹੀ ਕਰਨ ਲੱਗੇ ਨਾ, ਸਪਲਾਈ ਸਹੀ ਹੋਊ, ਦੇਸ਼ ਬੈਟਰ ਹੋਊ। ਆਸ ਹੈ ਤੁਹਾਨੂੰ ਵੀ ਇਹ ਪੰਜਾਬ ਦੁਬਾਰਾ ਤੋਂ ਉਹੀ ਪੰਜਾਬ ਬਣ ਜੂਗਾ? ਇੱਕ ਜੰਗਲ 'ਚ ਅੱਗ ਲੱਗੀ ਪਈ ਸੀ, ਇੱਕ ਚਿੜੀ ਆਵੇ ਚੋਂਚ ਭਰ ਕੇ ਸਿੱਟ ਜੇ ਉਹਦੇ ਤੇ, ਤਾਂ ਉਹਦੇ ਕੀ ਕਰ ਰਹੀ? ਉਹਦੀ ਜੰਗਲ ਦੀ ਅੱਗ ਬੁਝਾ ਰਹੀ, ਉਹਦੀ ਇਹਦੇ ਨਾਲ ਤਾਂ ਨਹੀਂ ਬੁਝਣੀ, ਉਹਦੀ ਨਾ ਬੁਝੇ। ਪਰ ਕਮ ਸੇ ਕਮ ਜਦੋਂ ਅੱਗੇ ਜਾ ਕੇ ਗੱਲਾਂ ਹੋਣਗੀਆਂ, ਮੇਰਾ ਨਾਂ ਅੱਗ ਬੁਝਾਉਣ ਵਾਲਿਆਂ 'ਚ ਹੋਊਗਾ, ਅੱਗ ਲਾਉਣ ਵਾਲਿਆਂ 'ਚ ਨਹੀਂ। ਆਪਾਂ ਗੁਰਪ੍ਰੀਤ ਅੱਗ ਬੁਝਾਉਣ ਵਾਲਿਆਂ 'ਚ। ਹਜੇ ਤੁਹਾਨੂੰ ਲੱਗਦਾ ਤੁਸੀਂ, ਕਿਉਂਕਿ ਜਿਸ ਤਰੀਕੇ ਨਾਲ ਤੁਹਾਡੇ ਨਾਲ ਲੋਕ ਜੁੜ ਰਹੇ ਆ, ਜਿਸ ਤਰ੍ਹਾਂ ਤੁਹਾਡਾ ਕਿਰਦਾਰ ਆ, ਬੱਬੂ ਮਾਨ ਦਾ ਕਿਰਦਾਰ ਆ, ਬਾਕੀ ਜਿਹੜੇ ਵੀ ਚਿੰਤਕ ਬੰਦੇ ਉਹਨਾਂ ਦਾ ਕਿਰਦਾਰ ਹੈ, ਚਿੜੀ ਵਾਲਾ ਦਾ ਕੰਮ ਰਿਹਾ ਹੀ ਨਹੀਂਗਾ। ਜੰਗਲ ਦੇ ਵਿੱਚ ਕਾਫੀ ਹਿੱਸਾ ਤੁਹਾਡੀ ਗੱਲ ਤੋਂ ਪ੍ਰਭਾਵਿਤ ਆ। ਫਿਰ ਇਹ ਜਾਂ ਤਾਂ ਕੀ ਆਉਣ ਵਾਲੇ ਟਾਈਮ ਅੰਦੋਜ ਮਾਨ ਰਾਜਨੀਤੀ 'ਚ ਕੁੱਦੂ? ਨਹੀਂ, ਰਾਜਨੀਤੀ ਪਤਾ ਕੀ ਹੈ? ਮੈਂ ਨਾ ਕਈ ਵਾਰੀ ਆਉਣਾ ਹੁੰਦਾ ਕਿ ਤੁਸੀਂ ਰਾਜਨੀਤੀ 'ਚ ਇੰਟਰਸਟਡ ਨਾ ਹੋਵੋ, ਪਰ ਰਾਜਨੀਤੀ ਤਾਂ ਤੁਹਾਡੇ 'ਚ ਇੰਟਰਸਟਡ ਹੈ। ਰਾਜਨੀਤੀ ਨਾਲ ਆਪਾਂ ਵਾਬਸਤਾ ਹਾਂ, ਪਰ ਡਾਇਰੈਕਟ ਨਹੀਂ ਰਾਜਨੀਤੀ ਨੂੰ ਪ੍ਰਭਾਵਿਤ ਕਰਾਂਗੇ। ਰਾਜਨੀਤਿਗਿਆਂ ਨੂੰ ਸਾਡੀ ਗੱਲ ਸੁਣਨੀ ਪਊਗੀ, ਸਾਡੀ ਮੀਨ ਲੋਕਾਂ ਦੀ। ਔਰ ਲੋਕਾਂ ਦੀ ਗੱਲ ਏਜੰਡੇ ਤੇ ਹੋਣੀ ਚਾਹੀਦੀ ਹੈ, ਚੇਅਰਮੈਨੀਆਂ, ਐਮਐਲਏਆਂ ਜਾਂ ਮਿਨਿਸਟਰੀ ਤੇ ਮੁੱਖ ਮੰਤਰੀਆਂ ਤੇ ਨਹੀਂ। ਇੱਕ ਗੱਲ ਇਹ ਹੁੰਦੀ ਹੈ ਜਿਵੇਂ ਤੁਹਾਡੀ ਜ਼ਿੰਦਗੀ ਆ, ਬੱਬੂ ਮਾਨ ਦੀ ਚਮਕ ਦਮਕ ਦੀ ਜ਼ਿੰਦਗੀ ਹੈ, ਅਜੀਤ ਬਾਵੇ ਦੀ ਹੈ, ਜਾਂ ਜਸ ਬਾਜਵਾ, ਗੁਲਪਨਾ, ਇਹ ਚਮਕ ਦਮਕ ਵਾਲੀ ਲਾਈਫ ਵਾਲੇ ਬੰਦੇ ਹੋ। 5 ਸਾਲ ਲੋਕਾਂ ਦੇ ਵਿੱਚ ਕੱਢ ਲਓਗੇ, ਧੁੱਪਾਂ ਬਹੁਤ ਪੈਂਦੀਆਂ। ਮੇਰੇ ਪਿੰਡ ਦੇ ਮੇਰੇ ਨਾਲ ਪੜ੍ਹੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਹੱਥਾਂ ਦੀਆਂ ਰੂਈਆਂ ਫਟੀਆਂ ਪਈਆਂ, ਪੈਰਾਂ ਦੀਆਂ ਵੀ। ਮੈਂ ਜਦੋਂ ਜਾਂਦਾ ਮੈਨੂੰ ਲੱਗਦਾ ਯਾਰ ਮੇਰੇ ਨਾਲੋਂ ਵੀ ਤੇ ਬਾਕੀਆਂ ਨਾਲੋਂ ਵੀ ਬੜੀ ਜ਼ਿਆਦਾ ਕੰਮ ਕਰਦੇ ਨੇ, ਇਹਨਾਂ ਦੀ ਹਾਲਤ ਜ਼ਿੰਦਗੀ ਬਿਹਤਰ ਕਿਉਂ ਨਹੀਂ ਹੋ ਰਹੀ? ਔਰ ਉਤੋਂ ਉਹ ਵਿਚਾਰੇ ਸੋਚਦੇ ਰਹਿੰਦੇ ਨੇ ਕਿ ਯਾਰ ਸਾਡਾ ਬੱਚੇ ਨੂੰ ਬਾਹਰ ਭੇਜ ਦੇ ਜਾਂ ਬੱਚੇ ਨੂੰ ਨੌਕਰੀ ਦਿਵਾ ਦਿਓ, ਕੁਛ ਨਾ ਕੁਛ ਜ਼ਿੰਦਗੀ ਬੈਟਰ ਹੋ ਜੇ। ਜੇ ਤਾਂ ਤੁਸੀਂ ਉਹਨਾਂ ਦੇ ਅੱਖਾਂ ਦੇ ਪਾਣੀ ਨੂੰ, ਉਹਨਾਂ ਦੇ ਦਿਲ ਦੇ ਦਰਦ ਨੂੰ ਮਹਿਸੂਸ ਕਰ ਰਹੇ ਹੋ ਤੇ ਤੁਹਾਨੂੰ ਉਹਨਾਂ ਦੇ ਨਾਲ ਉਹਨਾਂ ਦਿਨਾਂ ਦਾ ਅਹਿਸਾਸ ਹੈ ਜਿਹੜੇ ਦਿਨ ਤੁਸੀਂ ਉਹਨਾਂ ਦੇ ਨਾਲ ਉੱਤੇ ਖੇਡੇ ਹੋ, ਜੇ ਉਹਨੂੰ ਬੈਟਰ ਕਰਨ ਦਾ ਦੁੱਖ ਮਹਿਸੂਸ ਕਰਦੇ ਹੋ ਤਾਂ ਫਿਰ ਤਾਂ ਖੜ ਜਾਓ ਆ ਕੇ ਇਹਨਾਂ ਤੋਂ ਪੰਜ। ਜੇ ਨਹੀਂ ਕਰਦੇ ਤਾਂ ਫਿਰ ਭਾਈ ਜਿਹੜੇ ਬਾਕੀ ਉੱਥੇ ਐਸ਼ਾ ਕਰੀ ਜਾਂਦੇ ਨੇ, ਅਸੀਂ ਵੀ ਉਹਨਾਂ 'ਚ ਹੈਗੀਆਂ ਸ਼ਾਮਲ। ਫਿਰ ਤਾਂ ਮੈਨੂੰ ਲੱਗਿਆ ਕਿ ਅਸੀਂ ਸਾਰੇ ਉਹ ਦੁੱਖ ਨੂੰ, ਉਸ ਪੀੜ ਨੂੰ ਮਹਿਸੂਸ ਕਰ ਰਹੇ ਸੀ। ਤਾਂ ਹੀ ਗੁਰਪ੍ਰੀਤ ਮੈਂ ਹਵਾएं ਬਣਾਈ ਸੀ। ਉਦੋਂ ਵੀ ਸਾਨੂੰ ਇੱਕ ਕੰਪਨੀ ਸੀ ਜਿਹੜੀ ਆਂਦੀ ਸੀ ਕਿ ਜਿੰਨੇ ਮਰਜ਼ੀ ਪੈਸੇ ਲੈ ਲਓ, ਅਸੀਂ ਤੁਹਾਡੇ ਨਾਲ ਫਿਲਮ ਬਣਾਉਣੀ ਹੈ, ਸਬਜੈਕਟ ਨਾ ਚੁਣੋ। ਅਸੀਂ ਚੁਣਿਆ, ਆਪਦੇ ਦੋਸਤ, ਆਪਣੀਆਂ ਜੇਬਾਂ ਮਤਲਬ ਕੰਗਾਲ ਕਰਤੇ, ਸਾਰੇ ਮੰਗ ਕੇ ਪੈਸੇ ਲਾ ਕੇ ਬਣਾਈ। ਉਸ ਤੋਂ ਬਾਅਦ ਵਾਲੀਆਂ ਫਿਲਮਾਂ ਵੀ ਉਹੀ ਬਣਾਈਆਂ। ਇਹ ਤੁਸੀਂ ਕਹਿ ਲਓ ਕਿਉਂ ਮੈਂ ਕਰਦਾ ਜਾਂ ਅਸੀਂ ਕਰਦੇ ਹਾਂ ਸਾਰੇ, ਆਈ ਡੋਂਟ ਨੋ, ਪਰ ਮੈਨੂੰ ਲੱਗਦਾ ਹੈ ਜੇ ਮੈਂ ਇਸ ਮਿੱਟੀ ਨੂੰ, ਆਪਦੇ ਲੋਕਾਂ ਨੂੰ ਕੁਛ ਪੇਬੈਕ ਕਰ ਸਕਦਾ ਤਾਂ ਮੈਨੂੰ ਕਰਨਾ ਚਾਹੀਦਾ। ਤੁਸੀਂ ਹਵਾएं ਬਣਾਈ, ਕਾਫਲਾ ਬਣਾਈ, ਹਵਾएं ਤਾਂ ਕਾਫੀ ਬਹੁਤ ਵਾਰ ਚੱਲ ਕਾਫਲੇ ਤੇ ਸੀਗੀ। ਅਸੀਂ ਉਦੋਂ ਮਤਲਬ ਰਜਿੰਦਰਾ ਕਾਲਜ ਬਠਿੰਡੇ ਪੜ੍ਹਦੇ ਸੀਗੇ, ਲਗਭਗ ਮਤਲਬ 8-9 ਦਾ ਸਮਾਂ ਹੋਊਗਾ। ਇਹ 7 ਚੱਲੀ 7 ਸੋ ਉਹਦੇ 'ਚ ਇੱਕ ਇਹ ਸੀਗਾ ਜਿਹੜਾ ਅੱਜ ਹੈ, ਉਦੋਂ ਲੋਕ ਮੈਨੂੰ ਜਿਸ ਤਰ੍ਹਾਂ ਡੁਬਕੀ ਲਾ ਕੇ ਜਾਂਦੇ, ਤੁਸੀਂ ਅੱਜ ਤੋਂ ਮੰਨ ਲਓ ਵੀ 14-15 ਸਾਲ ਪਹਿਲਾਂ ਡੁਬਕੀ ਵਾਲੇ ਤੇ ਬਣਾਈ, ਪਰ ਸਾਡਾ ਪਲਾਨ ਰੁਕਦਾ ਨਹੀਂ ਰਿਹਾ। ਤੇ ਦੂਜੀ ਗੱਲ ਇਹ ਵੀ ਹੈ ਕਿ ਜੇ ਅਸੀਂ ਬਾਹਰ ਆ ਤੇ ਤਾਂ ਹੀ ਬਚੇ ਹੋਏ ਆ ਸ਼ਾਇਦ ਕਿਸਾਨ ਅੰਦੋਲਨ ਦੇ ਵਿੱਚ, ਜਿਸ ਤਰ੍ਹਾਂ ਪੂਰੀ ਮਿੱਟੀ ਪੱਟੀ ਮੋਦੀ ਸਾਹਿਬ ਦੀ ਪੂਰੀ ਦੁਨੀਆ ਦੇ ਵਿੱਚ, ਤਾਂ ਉਹ ਚੀਜ਼ਾਂ ਸਟੀਰੋਇਡ ਮੈਂ ਕਿਹਨੂੰ ਕਹਿੰਦਾ ਹੈ ਕਿ ਬਾਹਰ ਜਾਣਾ ਮਾੜਾ ਨਹੀਂ। ਅੱਜ ਸਾਨੂੰ ਬਾਹਰ ਵਾਲਿਆਂ ਤੇ ਫਖਰ ਹੈ, ਬਾਹਰ ਵਾਲਿਆਂ ਕਰਕੇ ਸਾਡੀ ਇੱਜ਼ਤ ਬਹੁਤ ਵਧੀਆ। ਬਟ ਉਦੋਂ ਅਸੀਂ ਜਦੋਂ ਸਾਡੇ ਘਰਾਂ 'ਚ 4-4 ਮੁੰਡੇ ਹੁੰਦੇ ਸੀ ਜਾਂ 2-2 ਹੁੰਦੇ ਸੀ, ਇੱਕ ਬਾਹਰ ਚਲਿਆ ਗਿਆ, ਇੱਕ ਅੱਧਾ ਇੱਥੇ ਰਹਿ ਲਿਆ। ਹੁਣ ਇੱਕ ਮੁੰਡਾ ਉਹ ਵੀ ਬਾਹਰ ਤੁਰਿਆ ਜਾਂਦਾ। ਸਾਡੇ ਪਿੰਡ ਦੇ 20 ਘਰਾਂ ਨੂੰ ਜਿੰਦਰੇ ਲੱਗ ਗਏ ਨੇ, ਜਲੰਧਰ ਵਾਲ ਤਾਂ ਸਾਰੇ ਪਿੰਡਾਂ ਨੂੰ ਜਿੰਦਰੇ ਲੱਗ ਗਏ ਨੇ। ਇਹ ਧਰਤੀ ਗੁਰੂਆਂ ਦੀ ਪਰਨੋਈ, 5 ਦਰਿਆਵਾਂ ਦੀ ਕਿਹਦੇ ਆਸਰੇ ਛੱਡ ਚੱਲੇ ਆ? ਬਾਹਰ ਕੈਨੇਡਾ ਦੀ ਪਾਈ ਕੋਠੀ ਦੀ ਕੀ ਅਹਿਮੀਅਤ ਜਿੱਥੇ ਬੇਸ ਹੀ ਕਾਇਮ ਨਹੀਂ ਰਹਿ ਗਿਆ, ਤਾਂ ਅਸੀਂ ਕਿੱਧਰ ਛੱਡੀ ਜਾਂਦੇ ਹਾਂ? ਅਸੀਂ ਉਹਨਾਂ ਦਾ ਕਸੂਰ ਨਹੀਂ, ਇਹਨਾਂ ਦਾ ਕਸੂਰ ਨਹੀਂ ਕੱਢ ਸਕਦੇ। ਅਸੀਂ ਆਪਰਚੁਨਿਟੀ ਕਿਉਂ ਨਹੀਂ ਕ੍ਰੀਏਟ ਕਰ ਲਏ? ਹੁਣ ਦੇਖੋ ਛੋਟੀ ਆਪਰਚੁਨਿਟੀ ਦੀ ਤੁਹਾਡੀ ਗੱਲ ਵਿੱਚ ਟੋਕਦੇ ਆ, ਹਰ ਵਾਰ ਆਉਂਦੇ ਆ ਪੰਜਾਬੀ ਆਮ ਆਦਮੀ ਪਾਰਟੀ ਉਹਨੂੰ ਫੰਡਿੰਗ ਕੀਤੀ, ਕਿਸਾਨ ਅੰਦੋਲਨ ਹੋਇਆ ਉਹਨੂੰ ਫੰਡਿੰਗ ਕੀਤੀ। ਕੌਣ ਕਹਿੰਦਾ ਬਾਹਰਲੇ ਲੋਕ ਜੋਰ ਨਹੀਂ ਲਾਉਂਦੇ? ਮੈਂ ਇਹੀ ਤਾਂ ਕਿਹਾ, ਮੈਨੂੰ ਤਾਂ ਬਲਕਿ ਇੱਥੇ ਲੋਕ ਆਉਂਦੇ ਨੇ ਕਿ ਬਾਹਰਲੇ ਜਿਹਦੇ ਵੱਲ ਹੋ ਜਾਣ ਉਹ ਮੰਨਿਆ ਜਾਂਦਾ ਹੈ। ਔਰ ਮੈਂ ਕਿਹਾ ਕਿਉਂ, ਸੌਰੀ, ਉਹਨਾਂ ਦੀ ਸੁਹਿਰਦਤਾ ਨੂੰ ਪਹਿਚਾਨੋ। ਉਹ ਵਿਚਾਰੇ ਇੱਕ ਅਜਿਹੀ ਕੁੜੀ ਵਰਗੇ ਨੇ ਜਿਹਦੇ ਸਹੁਰੇ ਬਹੁਤ ਚੰਗੇ ਨੇ, ਪੇਕੇ ਨਹੀਂ ਚੰਗੇ, ਤਾਂ ਉਹ ਚਾਹੁੰਦੀ ਹੈ ਕਿ ਜੇ ਜਾਂ ਮੇਰੇ ਸਹੁਰਿਆਂ ਦਾ ਹਾਲਤ ਹੈ ਪੇਕਿਆਂ ਦੀ ਵੀ ਹੋ ਜੇ। ਉਹਨਾਂ ਨੇ ਉਹ ਇੱਕ ਚੰਗਾ ਸਿਸਟਮ ਵੇਖਿਆ, ਉਹ ਸੋਚਦੇ ਪੰਜਾਬ 'ਚ ਕਿਉਂ ਨਹੀਂ ਹੋ ਸਕਦਾ। ਇਸ ਲਈ ਉਹ ਕਿਸੇ ਵੀ ਨਵੀਂ ਉਮੀਦ ਵੱਲ ਭੱਜ ਕੇ ਜਾਂਦੇ ਨੇ, ਧੋਖਾ ਮਿਲਦਾ ਹੈ। ਅਸੀਂ ਉਹਨਾਂ ਦੀ ਸੁਹਿਰਦਤਾ ਨੂੰ ਪਹਿਚਾਣ ਗਏ।
ਇਸ ਲਈ ਕਿ ਉਹਨਾਂ ਗੱਲਾਂ ਤੋਂ ਵਾਕਿਫ ਨੇ, ਉਹ ਛੋਟੀਆਂ ਜਿਹੀਆਂ ਗੱਲਾਂ ਨੇ। ਅਸੀਂ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਆਹ ਮੁੰਡੇ ਬਹੁਤ ਵਧੀਆ ਕਰੀ ਜਾਂਦੇ ਨੇ, ਕੈਮਰੇ ਚਲਾਈ ਜਾਂਦੇ ਆ, ਪਹਿਲਾਂ ਨਹੀਂ ਚਲਾਉਂਦੇ ਜਦੋਂ ਅਸੀਂ ਫਿਲਮ ਬਣਾਉਣ ਆਉਂਦੇ ਸੀਗੇ, ਸਾਰੇ ਟਰੈਕਟਰ ਖੋਲ, ਇੰਜਨ ਖੋਲ, ਇਹ ਵਧੀਆ ਇੰਜੀਨੀਅਰ ਨੇ, ਇਹ ਨਾਨ ਮੈਡੀਕਲ ਕਿਉਂ ਨਹੀਂ ਕਰ ਸਕਦੇ? ਸਿਰਫ ਲੈਂਗੁਏਜ ਬੈਰੀਅਰ ਹੈ, ਅਸੀਂ ਕਿਉਂ ਨਹੀਂ ਹਟਾ ਦਿੰਦੇ? ਅਸੀਂ ਆਣੇ 1000 ਰੁਪਇਆ, ਮੈਂ ਨਾ ਬੇਰੁਜ਼ਗਾਰ ਭੱਤਾ ਵਧਾ ਦਿਓ, ਉਹਦੇ ਅਗੇਂਸਟ ਲੋਨ ਕ੍ਰੀਏਟ ਕਰ ਦਿਓ। ਲੋਨ ਦਾ ਕੀ ਮਤਲਬ ਹੋਇਆ ਕਿ ਜਦੋਂ ਬੱਚਾ ਲੋਨ ਲੈ ਕੇ ਆਪਦਾ ਪ੍ਰਾਈਵੇਟ ਕੰਮ ਸ਼ੁਰੂ ਕਰ ਸਕੇ। ਹੁਣ ਹਰ ਕੋਲੇ ਤਾਂ ਜ਼ਮੀਨ ਹੈ ਨਹੀਂ, ਉਹ ਕਿਹਦੇ ਅਗੇਂਸਟ ਲੋਨ ਲਵੇ? ਅਮਰੀਕਾ ਨੇ ਪਤਾ ਕਦੋਂ ਤਰੱਕੀ ਕੀਤੀ? ਜਦੋਂ ਉਹ ਕਿਸੇ ਪ੍ਰੋਜੈਕਟ ਜਾਂ ਤੁਹਾਡੇ ਦਿਮਾਗ ਦਾ ਜੋ ਆਈਡੀਆ ਉਹਦੇ ਅਗੇਂਸਟ ਲੋਨ ਦੇਣ ਲੱਗ ਗਿਆ, ਤਾਂ ਉੱਥੇ ਲੋਕਾਂ ਨੇ ਬਹੁਤ ਤਰੱਕੀ ਕੀਤੀ। ਤਾਂ ਹੀ ਉਹਨੂੰ ਆਂਦੇ ਸੀ ਕਿ ਦੈਟਸ ਅਮਰੀਕਾ ਇਜ਼ ਲੈਂਡ ਆਫ ਓਪਰਚੁਨਿਟੀ। ਅਸੀਂ ਆਪਦੇ ਪੰਜਾਬ ਨੂੰ ਲੈਂਡ ਆਫ ਓਪਰਚੁਨਿਟੀ ਕਿਉਂ ਨਹੀਂ ਬਣਾ ਸਕਦੇ? ਸਾਡਾ ਦਿਮਾਗ ਇੰਨਾ ਉਪਜਾਊ, ਅਸੀਂ ਫਰਾਂਸ 'ਚ ਜਾ ਕੇ ਕੋਠੀਆਂ ਪਾ ਲਈਆਂ, ਇੰਗਲੈਂਡ 'ਚ, ਅਮਰੀਕਾ 'ਚ, ਹਰ ਥਾਂ, ਇੱਥੇ ਕਿਉਂ ਨਹੀਂ ਕਰ ਸਕਦੇ? ਸਾਡੀ ਧਰਤੀ ਇੰਨੀ ਉਪਜਾਊ ਹੈ, ਸਾਡਾ ਬਾ ਕਮਾਲ ਰੱਬ ਵੱਲੋਂ ਮਿਹਰਬਾਨੀ ਹੈ, ਕਿਉਂ ਨਹੀਂ ਕਰ ਸਕਦੇ? ਸਿਰਫ ਇਹਨਾਂ 4 ਨਲਾਇਕ ਲੀਡਰਾਂ ਕਰਕੇ। ਇਹਨਾਂ ਨੂੰ ਕਿਹਨੇ ਬਣਾਇਆ ਹੈ? ਆਪਣੇ ਆਪ ਤਾਂ ਨਹੀਂ ਬਹਿ ਗਏ, ਅਸੀਂ ਬਾਏ ਹੈ। ਪ੍ਰੋਬਲਮ ਕੀ ਹੋ ਰਹੀ ਹੈ ਕਿ ਸਾਡੇ ਲੋਕਾਂ ਨੂੰ ਏਜੰਡਿਆਂ ਦੀ ਨਹੀਂ ਸਮਝ ਸੀ, ਪਤਾ ਨਹੀਂ ਸੀ, ਡਿਟੇਲ ਪਤਾ ਸੀ, ਥੋੜਾ ਪਤਾ ਸੀ, ਅਸੀਂ ਉਹਨਾਂ ਨੂੰ ਨਕੀਲਾ ਕਰ ਰਹੇ ਹਾਂ, ਅਸੀਂ ਉਹਨਾਂ ਨੂੰ ਸਮਝਾ ਰਹੇ ਹਾਂ ਜੇ ਮੀਡੀਅਮ ਪੰਜਾਬੀ ਹੋ ਗਿਆ ਆ ਫਾਇਦਾ, ਜੇ ਇੱਥੇ IT ਇੰਡਸਟਰੀ ਆਵੇ ਜਾਂ ਖੇਤੀਬਾੜੀ ਨਾਲ ਰਿਲੇਟਡ ਇੰਡਸਟਰੀ ਆਏ ਤਾਂ ਫਾਇਦਾ, ਬਾਕੀ ਇੰਡਸਟਰੀ ਦਾ ਨਹੀਂ। ਇੱਥੇ ਘਰ ਘਰ ਨੌਕਰੀ ਹੈ, ਸਿਰਫ ਉਸ ਘਰ ਘਰ ਨੌਕਰੀ ਮਤਲਬ ਖੇਤੀਬਾੜੀ, ਉਹਦੀ ਇਨਕਮ ਵਧਾਉਣੀ ਹੈ। ਮੈਨੂੰ ਦੱਸੋ, ਉੱਥੇ 2 ਵੱਡੇ ਫਾਰਮ ਹਾਊਸ ਵਾਲੇ ਬੰਦੇ ਨੇ ਜਲੰਧਰ, ਪੋਟੈਟੋ ਕਿੰਗ ਵੀ ਆਉਂਦੇ ਨੇ ਉਹਨਾਂ ਨੂੰ, ਸਾਡਾ ਇੱਕ ਰਿਸ਼ਤੇਦਾਰ ਵੀ ਉਹਨਾਂ ਚੋਂ, ਇੱਧਰ ਵੀ ਚੰਗੀ ਖੇਤੀ ਵਾਲੀ ਹੈਗੇ ਨੇ। ਜੇ ਉਹ ਕਿੱਲੇ ਦਾ 1.5 ਤੋਂ 2 ਲੱਖ ਕਮਾ ਸਕਦੇ ਨੇ ਤਾਂ ਆਮ ਕਿਸਾਨ ਕਿਉਂ ਨਹੀਂ ਕਮਾ ਸਕਦਾ? ਸਿਰਫ ਥੋੜੀਆਂ ਜਿਹੀਆਂ ਚੀਜ਼ਾਂ ਕਰਨ ਦੀ ਲੋੜ ਹੈ। ਹੁਣੇ ਜੇ ਅਸੀਂ ਕਿਹਾ ਉਹਦੇ 'ਚ ਕੈਟ 3 ਦੀ ਫੈਸਿਲਿਟੀ ਦਿਓ, ਇੱਥੋਂ 에ਅਰ ਕਾਰਗੋ ਸ਼ੁਰੂ ਕਰੋ। 에ਅਰ ਕਾਰਗੋ ਨਾਲ ਹੋਊਗਾ ਕਿ ਜਿਹੜੀਆਂ ਸਾਡੀਆਂ ਅਸੀਂ ਫਸਲੀ ਵਿਭਿੰਨਤਾ ਲਿਆਵਾਂਗੇ, ਸਬਜ਼ੀਆਂ ਲਾਈਏ, ਅਸੀਂ ਮਿਡਲ ਈਸਟ ਕਿਉਂ ਨਾ ਭੇਜ ਦਈਏ ਉਹਨਾਂ ਨੂੰ? ਮਤਲਬ ਕਿ ਪਾਕਿਸਤਾਨ ਦਾ ਬਾਰਡਰ ਖੋਲ੍ਹਣ ਦੇ ਹੱਕ, ਪਾਕਿਸਤਾਨ ਦਾ ਬਾਰਡਰ ਖੋਲੋ, ਅਸੀਂ ਈਰਾਨ ਕਿਉਂ ਨਾ ਲੈ ਕੇ ਜਾਈਏ? ਅਸੀਂ ਕਿੱਧਰ ਦੀ ਹੋ ਗਏ, ਦੁਬਈ ਹੋ ਕੇ ਪਾਕਿਸਤਾਨ ਭੇਜਦੇ ਹਾਂ, ਆਪਦੀ ਚੀਜ਼ਾਂ ਨਾਲ ਬੈਠੀ, ਇੱਥੇ ਕਿਉਂ ਨਹੀਂ ਭੇਜ ਸਕਦੇ? ਐਂ ਅਸੀਂ ਆਪਦੀਆਂ ਫਸਲਾਂ ਆਪਣੇ ਆਪ ਝੋਨੇ ਤੋਂ ਪਾਸੇ ਹੋ ਜਾਵਾਂਗੇ, ਅਸੀਂ, ਸਾਡਾ ਪਾਣੀ ਵੀ ਬਚ ਜੂ। ਅਸੀਂ ਕਿਉਂ ਨਹੀਂ ਉਹ ਚੀਜ਼ਾਂ ਕਰ ਪਾ ਰਹੇ? ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜਿਨ੍ਹਾਂ ਨੂੰ ਆਰਾਮ ਨਾਲ ਕੀਤਾ ਜਾ ਸਕਦਾ ਹੈ, ਪਰ ਕਰੇ ਕੌਣ? ਗਵਰਨਮੈਂਟ ਵਾਲਿਆਂ ਦਾ ਧਿਆਨ ਤਾਂ ਪੈਸੇ ਖਾਣ 'ਚ ਹੈ। ਉਹਨਾਂ ਦਾ ਮਾਲ ਮੰਤਰੀ ਇਹ ਥੋੜੀ ਸੋਚਦਾ ਕਿ ਮੈਂ ਸੋਚਾਂ ਇੱਥੇ ਕਿਹੜਾ ਬੰਦਾ ਸਹੀ ਅਪੁਆਇੰਟ ਹੋਊਗਾ ਜਾਂ ਕੀ ਗੱਲਾਂ, ਜਾਂ ਹੋਮ ਮਿਨਿਸਟਰ, ਉਹ ਤਾਂ ਇਹ ਵੇਖਦਾ ਮੈਨੂੰ ਕਿੱਥੋਂ ਮਿਲ ਸਕਦਾ ਹੈ ਕੁਛ। ਅਸੀਂ ਜਵਾਬਦੇਹ ਕਿਉਂ ਨਹੀਂ ਬਣਾਉਂਦੇ? ਮੈਨੂੰ ਦੱਸੋ, ਚਿੱਟੇ ਦਾ ਮਸਲਾ ਹੈ, ਆਣੇ ਨਾ ਚਿੱਟੇ ਦਾ ਮਸਲਾ, ਤੁਹਾਡੇ ਪਿੰਡ ਵੀ ਸਾਡੇ ਪਿੰਡ ਵੀ ਵਿਕਦਾ ਸ਼ਰੇਆਮ, ਕੀ ਪਤਾ ਨਹੀਂ ਤੁਹਾਡੇ SHO ਨੂੰ ਕਿ ਕੌਣ ਵੇਚਦਾ? ਸਾਰੇ ਪਿੰਡ ਨੂੰ ਪਤਾ, ਉਹਨੂੰ ਕਿਉਂ ਨਹੀਂ ਪਤਾ? ਅਸੀਂ ਉਹਦੀ ਜਵਾਬਦੇਹੀ ਕਿਉਂ ਨਹੀਂ ਤੈਅ ਕਰਦੇ? ਉਹ ਜਵਾਬਦੇਹੀ ਹੋਵੇ SSP ਲਈ, SSP ਦੀ ਹੋਵੇ ਗ੍ਰਹਿ ਸਕੱਤਰ ਲਈ, ਔਰ ਗ੍ਰਹਿ ਸਕੱਤਰ ਨੂੰ ਇਹਨਾਂ ਨੂੰ ਕਾਊਂਟਰ ਕੌਣ ਕਰੇ? ਤੁਹਾਡੀ ਵਿਜੀਲੈਂਸ, ਔਰ ਵਿਜੀਲੈਂਸ ਦੀ ਰਿਪੋਰਟ ਜਾਵੇ ਵਿਧਾਨ ਸਭਾ 'ਚ ਹਰ ਤੀਜੇ ਮਹੀਨੇ। ਮਜਾਲ ਕੀ ਹੈ ਕਿ ਰੁਕ ਨਾ ਜਾਵੇ। ਤੁਸੀਂ ਕਿਸੇ ਬੰਦੇ ਤੇ ਵਿਸ਼ਵਾਸ ਨਾ ਕਰੋ। ਮੇਰੇ ਕੋਲੇ ਬੜੀਆਂ ਪਾਰਟੀਆਂ ਆਈਆਂ, ਸਾਡੇ ਤੇ ਵਿਸ਼ਵਾਸ ਕਰੋ ਨਹੀਂ। ਮੈਂ ਕਿਹਾ ਕਿਉਂ ਕਰਾਂ? ਸਿਸਟਮ ਨੂੰ ਵਧੀਆ ਕਰ ਦਈਏ, ਸਿਸਟਮ ਨੂੰ ਪਾਰਦਰਸ਼ੀ ਕਰ ਦਈਏ, ਸਾਰਾ ਕੁਝ ਸਹੀ ਹੋ ਜਾਊਗਾ। ਮਤਲਬ ਲਾਸਟ ਸਵਾਲ ਆ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਗਰਾਊਂਡ ਤੇ ਲੜਾਈ ਲੜੋਗੇ, ਜਿਵੇਂ ਚਿੱਟੇ ਵਾਲੇ ਆ, ਖਾਸ ਕਰਕੇ ਮਸਲਾ ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬ ਦੇ ਧਰਾਤਲ ਦਾ ਮਸਲਾ, ਕਿਉਂਕਿ ਜਿੰਨੇ ਵਾਰੀ ਲੜਾਈ ਲੜੀ 1947 ਆਜ਼ਾਦੀ ਦਿਵਾਈ, ਪਰ ਜਿਨ੍ਹਾਂ ਨੇ ਲੜੀ ਉਹ 2 ਹਿੱਸਿਆਂ 'ਚ ਹੋ ਗਿਆ, ਪੰਜਾਬ ਵੰਡਿਆ ਗਿਆ। ਉਸ ਤੋਂ ਬਾਅਦ ਚਾਹੇ ਆਪਾਂ ਕਹੀਏ ਪੰਜਾਬੀ ਬੋਲਦੇ ਇਲਾਕਿਆਂ ਦੀ ਸੀ, ਚਾਹੇ ਅਨੰਦਪੁਰ ਦਾ ਮਤਾ ਸੀ, ਪੰਜਾਬ ਫਿਰ ਵੰਡਿਆ ਗਿਆ। ਹੁਣ ਕਿਸਾਨ ਅੰਦੋਲਨ ਆਇਆ, ਪੰਜਾਬ ਫਿਰ ਵੰਡਣ ਦੀਆਂ ਤਿਆਰੀਆਂ। ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਦੇ ਕੇ ਜਿਹੜਾ ਹੈਗਾ ਅਬੋਹਰ ਫਾਜ਼ਿਲਕਾ ਲੈ ਜਾਣ। ਜਦੋਂ ਲੜਦੇ ਆ ਵੰਡੇ ਜਾਂਦੇ ਆ, ਕਦੇ ਇਕੱਠੇ ਵੀ ਹੋਵਾਂਗੇ। ਲੋਕਾਂ ਦੀ ਤਾਕਤ ਆ। ਕਿਸਾਨੀ ਅੰਦੋਲਨ ਕਿਉਂ ਜਿੱਤ ਗਏ? ਕਿਉਂਕਿ ਲੋਕਾਂ ਦਾ ਛਿੱਤਰ ਕਾਇਮ ਸੀ। ਲੋਕ ਕਾਇਮ ਹੋ ਜਾਣ, ਮਜਾਲ ਨਹੀਂ ਤੁਹਾਡਾ ਕੋਈ ਗਲਤ ਕਰ ਜੇ ਕੁਛ ਵੀ। ਆ ਪਾਣੀਆਂ ਦੀ ਮੰਗ ਸੀ, ਸਾਡੇ ਰਿਪੇਰੀਅਨ ਲਾਅ ਕਿਉਂ ਨਹੀਂ ਗਾ? ਬਾਕੀ ਸਾਰੇ ਦੇਸ਼ 'ਚ ਹੈਗਾ, ਕਿਉਂ ਨਹੀਂ ਗਾ ਇਹ? ਕਿ ਸਾਡੇ ਵੱਲੇ ਬੰਦੇ ਇਹਨਾਂ ਨੇ ਕਹਿਤਾ ਅਸੀਂ ਪਾਣੀਆਂ ਦੇ ਰਾਖੇ ਬਣ ਗਏ, ਇੱਕ ਬਿੱਲ ਪਾਸ ਕਰਕੇ, ਉਹਦੇ 'ਚ ਤੁਸੀਂ ਇੱਕ 5 ਨੰਬਰ ਧਾਰਾ ਹੈ, ਤੁਸੀਂ ਉਹ 'ਚ ਪ੍ਰਮਾਣਿਤ ਕਰਤਾ ਕਿ ਅਸੀਂ ਮੰਨਦੇ ਹਾਂ ਜਿਹੜੇ ਪਹਿਲਾਂ ਪਾਣੀ ਦਿੱਤਾ ਜਾ ਰਿਹਾ ਉਹ ਸਹੀ ਹੈ। ਇੱਕ ਪਾਸੇ ਤੁਸੀਂ ਰਾਖੇ ਬਣ ਗਏ, ਇੱਕ ਪਾਸੇ ਤੁਸੀਂ ਖੁਦ ਹੀ ਇੱਕ ਅਜਿਹੀ ਧਾਰਾ ਉਸ ਕਾਨੂੰਨ 'ਚ ਲੈ ਲਈ, ਅਸੀਂ ਲਿਖਿਆ ਆਪਦੇ ਏਜੰਡੇ 'ਚ, ਉਹਨੂੰ ਖਤਮ ਕਰੋ ਪਹਿਲਾਂ ਤਾਂ, ਔਰ ਫਿਰ ਵਾਪਸ ਉਸੇ ਲੜਾਈ ਵੱਲ ਨੂੰ ਪਹੁੰਚੋ। ਅੱਜ ਸਾਨੂੰ ਇਮੋਸ਼ਨਲ ਕੀਤਾ ਜਾਂਦਾ ਹੈ, ਹਰ ਮੁੱਦੇ ਨੂੰ ਸਾਹਮਣੇ ਰੱਖ ਕੇ। ਪਾਣੀ ਦਾ ਮਸਲਾ ਇਮੋਸ਼ਨਲ ਹੈ ਜੀ। ਅਸੀਂ ਆ ਜਿਹੜੀ ਨਵੀਂ ਨਹਿਰ ਨਿਕਲਣੀ ਸੀ ਤੇ ਰੌਲਾ ਪਾ ਲਿਆ, ਇਹਦਾ ਤਾਂ 1 ਪੁਆਇੰਟ ਕੁਛ ਕਿਊਬਿਕ ਜਾਣਾ ਹੈ। ਜਿਹੜੀਆਂ ਪਹਿਲੀਆਂ 2 ਨਹਿਰਾਂ ਜਾ ਰਹੀਆਂ ਉਹ 'ਚੋਂ ਕਿੰਨਾ ਜਾ ਰਿਹਾ ਉਹਦੇ ਬਾਰੇ ਕਿਸੇ ਨੇ ਗੱਲ ਕੀਤੀ ਹੈ ਹੁਣ ਤੱਕ? ਕਿਉਂ ਨਹੀਂ ਗੱਲ ਕਰ ਲਈ? ਔਰ ਜਿਹੜਾ ਅਸੀਂ ਪਾਣੀ ਥੱਲਿਓਂ ਕੱਢ ਰਹੇ ਹਾਂ ਉਹਦੇ ਬਾਰੇ ਕੋਈ ਆਲਟਰਨੇਟਿਵ ਸੋਚਿਆ? ਕਿਤੇ ਕਿਸੇ ਆ ਬਿਜਲੀ ਦਾ ਜੋ ਹਾਲ ਹੋ ਰਿਹਾ, ਅਸੀਂ ਕਿਹਾ ਕਿ ਸੋਲਰ ਲਾਏ ਜਾਣ, ਹਰ ਸਰਕਾਰੀ ਬਿਲਡਿੰਗ ਦੇ ਉੱਤੇ ਸੋਲਰ ਲਾ ਦਿਓ, ਕਿਸੇ ਨੇ ਗੱਲ ਕੀਤੀ ਹੈ?
ਬਹੁਤ ਛੋਟੀਆਂ ਛੋਟੀਆਂ ਗੁਰਪ੍ਰੀਤ ਬੇਇੰਤਹਾ ਗੱਲਾਂ ਨੇ ਜੋ ਗਵਰਨਮੈਂਟ, ਦੇਖੋ ਗਵਰਨਮੈਂਟ ਕੀ ਕਰਦੀ ਹੈ, ਅਸੀਂ ਗਵਰਨਮੈਂਟ ਨੂੰ ਕਿਉਂ ਆਖ ਦਿੰਦੇ ਆ, ਉਹ ਇੱਕ ਐਟਮੋਸਫੀਅਰ ਕ੍ਰੀਏਟ ਕਰਦੀ ਹੈ। ਤਰੱਕੀ ਤਾਂ ਲੋਕਾਂ ਨੇ ਆਪ ਹੀ ਕਰ ਲੈਣੀ ਹੁੰਦੀ ਹੈ, ਗਵਰਨਮੈਂਟ ਐਟਮੋਸਫੀਅਰ ਤਾਂ ਕ੍ਰੀਏਟ ਕਰੇ। ਸਾਡੇ ਲੋਕ ਹੁਣ ਤੱਕ ਸਭ ਤੋਂ ਜ਼ਿਆਦਾ ਬਾਹਰ ਗਏ, ਸਭ ਤੋਂ ਲੇਟ ਇੰਟਰਨੈਸ਼ਨਲ ਫਲਾਈਟਾਂ ਸਾਡੇ ਸ਼ੁਰੂ ਹੋਈਆਂ, ਅਜੇ ਵੀ ਨਹੀਂ ਹੋਈਆਂ। ਹੁਣ ਵੀ ਦਿੱਲੀ ਜਾਂਦੇ ਧੱਕੇ ਖਾ ਕੇ, ਚੰਡੀਗੜ੍ਹ ਕਿਉਂ ਨਹੀਂ ਕੈਟ 3 ਦੀ ਫੈਸਿਲਿਟੀ ਆਉਂਦੀ, ਪਤਾ ਕਿਉਂ ਨਹੀਂ ਆਉਂਦੀ? ਐਵੀਏਸ਼ਨ ਮਿਨਿਸਟਰੀ ਜਿਹੜੀ ਸੈਂਟਰ ਦੀ ਹੈ, ਉਹਨੇ ਪਾਰਕਿੰਗ ਇੱਥੇ ਮਹਿੰਗੀ ਕੀਤੀ ਹੋਈ ਹੈ, ਚੰਡੀਗੜ੍ਹ ਅੰਮ੍ਰਿਤਸਰ, ਦਿੱਲੀ ਸਸਤੀ ਹੈ। ਔਰ ਸਾਡੀ ਗਵਰਨਮੈਂਟ ਵੇਖੋ, ਜਿਹੜਾ 에ਅਰ ਨੂੰ ਫਿਊਲ ਦਿੱਤਾ ਜਾਂਦਾ ਹੈ ਉਹਦੇ ਤੇ ਵੈਟ ਅਸੀਂ ਜ਼ਿਆਦਾ ਲਾਇਆ ਹੋਇਆ, ਕਿਉਂ ਨਹੀਂ ਉਹ ਵੈਟ ਸਸਤਾ ਕਰ ਦਿੰਦੇ? ਸਾਡੇ ਇੱਥੋਂ ਇੰਟਰਨੈਸ਼ਨਲ ਫਲਾਈਟ ਪ੍ਰਾਈਵੇਟ ਏਅਰਲਾਈਨਸ ਇੱਥੋਂ ਆ ਜਾ, ਆ ਸਾਰੀਆਂ ਸਬਜ਼ੀਆਂ ਅਸੀਂ ਬਾਹਰ ਭੇਜ ਸਕੀਏ, ਸਾਡੇ ਬੰਦੇ ਇੱਥੋਂ ਫਲਾਈ ਕਰ ਸਕਣ, ਦੁਨੀਆ ਨਾਲ ਸਾਡੀ ਮਾਰਕੀਟ ਖੁੱਲ੍ਹ ਸਕੇ। ਛੋਟੀਆਂ ਛੋਟੀਆਂ ਗੱਲਾਂ, ਕਦੇ ਇਹਨਾਂ ਰਾਜਨੀਤਿਗੀਆਂ ਨੇ ਸਾਡੀ ਇਹਦੀ ਪੈਰਵਾਈ ਕੀਤੀ ਹੈ ਹੁਣ ਤੱਕ? ਜੇ ਨਹੀਂ ਕੀਤੀ ਤੇ ਇਹਨਾਂ ਨੂੰ ਚੱਲਦੇ ਕਰੋ ਇੱਥੋਂ। ਲਾਸਟ ਦੇ ਵਿੱਚ ਇੱਕ ਜਿਹੜਾ ਹੈਗਾ ਪਿੰਡਾਂ ਕਿਉਂਕਿ ਐਡੀਆਂ ਵੱਡੀਆਂ ਗੱਲਾਂ ਕਈ ਵਾਰੀ ਪਿੰਡ ਦੇ ਵੋਟਰ ਨੂੰ ਸਮਝ ਨਹੀਂ ਆਉਂਦਾ। ਪਿੰਡ ਦੇ ਵਿੱਚ ਕੀ ਆ, ਜਿਵੇਂ ਤੁਸੀਂ ਆਪਾਂ ਗੱਲ ਕਰ ਰਹੇ 751 ਦੀ ਜਿਹੜੀ ਜਵਾਨ ਸਰਪੰਚ ਹੁਣ ਪਿੰਡ ਇਹ ਪੰਚਾਇਤੀ ਰਾਜ 'ਚ ਹੈ, ਸਾਡਾ ਹਰ ਸਰਪੰਚ 751 ਦੀ ਜ਼ਮਾਨਤ ਲੈ ਸਕਦਾ, ਮਤਲਬ ਮੈਜਿਸਟ੍ਰੇਟ ਦੇ ਬਰਾਬਰ ਉਹਦੀ ਪਾਵਰ ਹੋ ਗਈ। ਹੌਲਦਾਰਾਂ ਅੱਗੇ ਹੱਥ ਜੋੜਦਾ ਫਿਰਦਾ ਹੈ, ਕਿਉਂ ਨਹੀਂ ਉਹ ਆਪਣੀ ਪਾਵਰ ਦਾ ਇਸਤੇਮਾਲ ਕਰਦਾ? ਔਰ ਫਿਰ ਸਰਪੰਚ ਕਰਪਟ ਹੋ ਗਿਆ ਜੀ, ਤੇ ਗ੍ਰਾਮ ਸਭਾ ਲਾ ਦਿਓ ਉਹਨੂੰ। ਗ੍ਰਾਮ ਸਭਾ ਦੇ ਵਿੱਚ 20%, ਗ੍ਰਾਮ ਸਭਾ ਮੀਨ ਸਾਰਾ ਪਿੰਡ, 20% ਤੁਸੀਂ ਉਹਦੀ ਮੀਟਿੰਗ ਸੱਦੋ ਗ੍ਰਾਮ ਸਭਾ ਦੀ, ਉਹਨੂੰ ਵਾਰਨ ਕਰੋ, ਦੂਜੀ ਵਾਰੀ ਤੀਜੀ ਵਾਰੀ ਉਹਨੂੰ ਲਾ ਕੇ ਪਾਸੇ ਕਰ ਸਕਦੇ ਹੋ। ਔਰ ਪੰਚਾਇਤ ਸੈਕਟਰੀ ਜਿਹੜੇ ਪਿੰਡ ਦੇ ਸਰਪੰਚਾਂ ਨੂੰ ਉਲਝਾਈ ਫਿਰਦੇ ਨੇ, ਮਨਰੇਗਾ ਲੈ ਲਓ ਯਾਰ, 5 ਕਿੱਲੇ ਦੀ ਜਿਹਦੀ ਜ਼ਮੀਨ ਹੈ, ਉਹ ਬੰਦਾ ਆਪਦੇ ਖੇਤ 'ਚ ਕੰਮ ਕਰਕੇ ਮਨਰੇਗਾ ਦੀ ਦਿਹਾੜੀ ਲੈ ਸਕਦਾ ਹੈ। ਕੀ ਅਸੀਂ ਜਾਗਰਤ ਕੀਤਾ? ਇਹਦਾ ਪੈਸਾ ਆਉਂਦਾ ਵੀ ਸੈਂਟਰ 'ਚੋਂ, ਕੰਮ ਵੀ ਆਪਦੇ ਘਰੇ ਕਰਨਾ, ਘਰੇ ਕੰਮ ਕਰਨਾ, ਬਸ ਥੋੜੀਆਂ ਜਿਹੀਆਂ ਫਾਰਮੈਲਿਟੀਆਂ ਕਿ ਆ ਗ੍ਰੀਨ ਰੈਵੋਲੂਸ਼ਨ ਹੋਵੇ ਜਾਂ ਪੌਦੇ ਲਾਉਣੇ ਹੋਣ, ਉਹ ਤੁਹਾਡੇ ਖੇਤ 'ਚ ਲੱਗੇ ਹੋਣ, ਉਹ ਉੱਤੋਂ ਕੱਲਾ ਉਹਦਾ ਹੀ ਨਹੀਂ ਫਾਇਦਾ। 60% ਤੁਹਾਡੇ ਪਿੰਡ ਦੇ ਵਿੱਚ ਹੀ ਪੈਸਾ ਲੱਗੂਗਾ ਹੋਰ ਉੱਤੋਂ ਆ ਕੇ। ਜਿੰਨਾ ਤੁਸੀਂ 40% ਵਧਾਉਂਗੇ ਨਾ, ਮੰਨ ਲਓ ਜੇ ਤੁਸੀਂ ਆਪਦੇ ਪਿੰਡ 'ਚ 40 ਰੁਪਏ ਲਾਤੇ ਤਾਂ 60% ਉੱਥੇ ਲੱਗੂਗਾ ਪਿੰਡ ਤੇ, 40% ਤੁਹਾਨੂੰ ਦਿਹਾੜੀ ਤੇ ਦਿੱਤਾ ਜਾਊਗਾ। ਇੰਨਾ ਕੁਛ ਅਸੀਂ ਕਰ ਸਕਦੇ ਹਾਂ, ਪਰ ਇੱਧਰ ਧਿਆਨ ਹੀ ਕਿਸੇ ਦਾ ਨਹੀਂ। ਪਿੰਡਾਂ ਦੇ ਵਿੱਚ ਅਸੀਂ ਆਣੇ ਫੈਡਰਲਿਜ਼ਮ ਦੇ ਸਾਨੂੰ ਅਧਿਕਾਰ ਦਿਓ, ਸਾਡੀ ਸਟੇਟ ਕੋਲੇ ਐਗਰੀਕਲਚਰ ਨਹੀਂ, ਐਜੂਕੇਸ਼ਨ ਨਹੀਂ, ਸਾਡਾ ਹੈ। ਮੈਨੂੰ ਇਹ ਦੱਸੋ, ਜਿਹੜੇ ਸਟੇਟ ਕੋਲੇ ਅਧਿਕਾਰ ਹੈ, ਕੀ ਉਹਨੇ ਲੋਕਲ ਬਾਡੀਜ਼ ਨੂੰ ਦਿੱਤੇ ਨੇ? ਲੋਕਲ ਬਾਡੀਜ਼ ਮੀਨ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਤੇ ਨਗਰ ਸਭਾਵਾਂ ਨੇ, ਕੀ ਪੰਚਾਇਤੀ ਰਾਜ 29 ਅਧਿਕਾਰ ਨੇ, ਕੀ ਉਹਨਾਂ ਨੂੰ ਦਿੱਤੇ ਗਏ ਨੇ? ਐਮਐਲਏ ਕੋਲੇ ਲੈ ਕੇ ਬਹਿ ਗਏ ਅਸੀਂ ਸਾਰਾ ਕੁਝ। ਕਿਉਂ ਨਹੀਂ ਅਸੀਂ ਇਹਨਾਂ ਗੱਲਾਂ ਨੂੰ ਕਰਦੇ? ਜਦੋਂ ਸਾਡੇ ਕੋਲੋਂ ਇਹ ਵੋਟ ਲੈਣ ਆਉਂਦੇ ਹੈ, ਜਦੋਂ ਪਾਰਟੀਆਂ ਆਪਦਾ ਮੈਨੀਫੈਸਟੋ ਲੈ ਕੇ ਆਉਂਦੀਆਂ, ਅਸੀਂ ਕਿਉਂ ਨਹੀਂ ਪੁੱਛਦੇ ਕਿ ਦੱਸ ਆ ਇਹਦੇ 'ਚ ਪਾਈ ਕਿਉਂ ਨਹੀਂ ਗੱਲ ਤੂੰ? ਅਸੀਂ ਸਿਰਫ ਉਹ ਚੀਜ਼ਾਂ ਕਰ ਰਹੇ ਹਾਂ। ਅਸੀਂ ਸਿਰਫ ਆ ਏਜੰਡਾ ਵੀ ਜਿਹੜਾ ਲੈਂਦਾ, ਇਹ 'ਚ ਸਾਰੀਆਂ ਗੱਲਾਂ ਲਿਖੀਆਂ ਕਿ ਇਹਨੂੰ ਮੰਨਦੇ ਹੋ, ਇਹ ਕਰੂੰਗੇ, ਆ ਚੀਜ਼ 3 ਮਹੀਨਿਆਂ 'ਚ, ਆ 6 ਮਹੀਨਿਆਂ 'ਚ, ਆ 9 ਮਹੀਨਿਆਂ 'ਚ ਕਰੂੰਗੇ। ਜੇ ਕਰੂੰਗੇ ਤਾਂ ਲਿਖ ਕੇ ਦਿਓ, ਐਫੀਡੇਵਿਟ ਦਿਓ, ਲੋਕਾਂ ਨੂੰ ਵਿਖਾਵਾਂਗੇ, ਔਰ ਉਹ 'ਚ ਲਿਖੋ ਜੇ ਨਾ ਕਰ ਪਾਏ ਤਾਂ ਤੁਸੀਂ ਅਸਤੀਫਾ ਦਿਓਗੇ, ਨਹੀਂ ਤਾਂ ਲੋਕ ਤੁਹਾਨੂੰ ਘੇਰ ਸਕਦੇ ਨੇ। ਜਦੋਂ ਇੰਨਾ ਕੁਝ ਤੁਸੀਂ ਕਮਿਟਮੈਂਟ ਕਰਾਓਗੇ ਤੇ ਇਹਨਾਂ ਦੀ ਮਜਾਲ ਨਹੀਂ ਕਿ ਮੁੱਕਰ ਜਾਣ। ਪਾਰਟੀ ਕਿਸੇ ਵਿਸ਼ੇਸ਼ ਦਾ ਸਾਨੂੰ ਵਿਰੋਧ ਨਹੀਂ, ਕਿਸੇ ਵਿਸ਼ੇਸ਼ ਦੀ ਹਮਾਇਤ ਨਹੀਂ, ਨਾ ਕਾਹੂ ਸੇ ਦੋਸਤੀ ਨਾ ਬੈਰ, ਪਰ ਜਿਹੜਾ ਆਊਗਾ ਉਹਦੇ ਨਾਲ ਹੈ, ਜਿਹੜਾ ਇਹਦੇ ਤੇ ਨਹੀਂ ਆਊਗਾ ਉਹਦਾ ਵਿਰੋਧ ਕਰਾਂਗੇ। ਇਹਦੇ ਨਾਲ ਹੀ ਇਹਨਾਂ ਦੀ ਹਾਲਤ ਬੈਟਰ ਹੋ ਸਕਦੀ ਹੈ। ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਅਮਤੋਜ ਮਾਨ ਜੀ, ਜਿਨ੍ਹਾਂ ਦੇ ਯੂਜ ਦਾ ਪੰਜਾਬ ਜਥੇਬੰਦੀ, ਉਹਨਾਂ ਨੇ ਲਗਭਗ ਹਰ ਇੱਕ ਗੱਲ ਦਾ ਜਿਹੜਾ ਹੈਗਾ ਬੇਬਾਕੀ ਨਾਲ ਜਵਾਬ ਦਿੱਤਾ। ਬਾਕੀ ਇਹ ਗੱਲ ਹੋਣੀ ਚਾਹੀਦੀ ਹੈ ਕਿ ਖਾਸ ਕਰਕੇ ਜਿੰਨਾ ਚਿਰ ਅਸੀਂ ਵਿਅਕਤੀ ਵਿਸ਼ੇਸ਼ ਨੂੰ ਛੱਡ ਕੇ, ਪਾਰਟੀ ਵਿਸ਼ੇਸ਼ ਨੂੰ ਛੱਡ ਕੇ ਮੁੱਦਿਆਂ ਤੇ ਨਹੀਂ ਆਵਾਂਗੇ, ਉਹਨਾਂ ਚਿਰ ਅਸੀਂ ਇਹੀ ਆ ਵੀ ਜਿਵੇਂ ਸੁਰਜੀਤ ਪਾਤਰ ਸਾਹਿਬ ਦਾ ਇੱਕ ਸ਼ੇਰ ਆ, ਕਹਿੰਦੇ ਵੀ ਇੱਕ ਕੈਦ 'ਚ ਛੁੱਟ ਕੇ ਦੂਜੀ 'ਚ ਪਹੁੰਚ ਗਈ, ਕੀ ਖੱਟਿਆ ਮਹਿੰਦੀ ਲਾ ਕੇ ਵੜਨਾ ਮਲ ਕੇ, ਫਿਰ ਕਹਾਣੀ ਉਹੀ ਹੋ ਜਾਣੀ ਆ। ਸੋ ਸਾਨੂੰ ਜਿਹੜਾ ਹੈਗਾ ਆਪਦੇ ਹੱਕ ਪਹਿਚਾਨਣੇ ਪੈਣੇਗਾ, ਪੰਚਾਇਤੀ ਰਾਜ ਤੋਂ ਲੈ ਕੇ ਆਪਾਂ ਜੇਕਰ ਉੱਪਰ ਤੱਕ ਸਾਰਾ ਫੇਰ ਹੀ, ਕਿਉਂਕਿ ਥੱਲੇ ਤੋਂ ਚੱਲਦਾ ਸਾਰਾ ਕੁਝ। ਸੋ ਬਣੇ ਰਹੋ ਗੁਰਪ੍ਰੀਤ ਕੋਟਲੀ ਨਾਲ, ਗੁਰਪ੍ਰੀਤ ਕੋਟਲੀ ਟੀਵੀ ਨਾਲ, ਗੁਰਪ੍ਰੀਤ ਕੋਟਲੀ YouTube ਚੈਨਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।